ਅਸੀਂ ਬਹੁਤ ਸਾਰੀਆਂ ਗੱਲਾਂ 'ਚ ਦੇਖਦੇ ਹਾਂ ਕਿ ਜਿਹੜੀ ਬੀਜੇਪੀ ਦੀ ਬਣਾਈ ਹੋਈ ਸਰਕਾਰ ਆ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੜ ਹੋ ਕੇ ਦੇਖਦੀ ਹੈ। ਜਦੋਂ ਕਿਸੇ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਆ ਤੇ ਉਹਨੂੰ ਫਿਰ ਵਧਾਈਆਂ ਮਿਲਦੀਆਂ ਨੇ, ਲੈ ਵੀ ਤੈਨੂੰ ਹੁਣ ਸਰਕਾਰੀ ਨੌਕਰੀ ਮਿਲ ਗਈ, ਹੁਣ ਤੂੰ ਮौज ਕਰ, ਹੁਣ ਤੂੰ ਸਾਰੀ ਉਮਰ ਵਿਹਲਾ। ਅੰਦਾਜ਼ਾ ਲਾਓ ਕਿ ਬਿਸਲੇਰੀ ਦਾ ਭਾਰਤ ਦੇ ਵਿੱਚ ਕਚਰਾ 1 ਸਾਲ ਦੇ ਵਿੱਚ ਕਿੰਨਾ ਹੋਊਗਾ? 21,000 ਟਨ। ਵਿਕਾਸ ਸਾਡੇ ਮੁਲਕ 'ਚ ਪਿਛਲੇ 20 ਸਾਲ ਤੋਂ ਜਦੋਂ ਵੀ ਚੋਣਾਂ ਹੁੰਦੀਆਂ ਉਦੋਂ ਜਨਮ ਲੈ ਲੈਂਦਾ ਤੇ ਜਦੋਂ ਅਗਲੇ 5 ਸਾਲ ਬਾਅਦ ਜੇ ਤੇ ਉਹ ਪਾਰਟੀ ਬਦਲ ਜਾਏ ਫਿਰ ਵਿਕਾਸ ਉਹ ਮਰ ਗਿਆ ਹੁੰਦਾ ਤੇ ਅਗਲੀ ਪਾਰਟੀ ਫਿਰ ਉਸ ਵਿਕਾਸ ਨੂੰ ਜਨਮ ਦੇ ਦਿੰਦੀ ਹੈ। ਜ਼ਮੀਨ ਤਲਾਸ਼ ਰਹੀਆਂ ਨੇ ਇਹ ਸਿਆਸੀ ਪਾਰਟੀਆਂ ਤੇ ਰੋਟੀ ਤਲਾਸ਼ ਦੇ ਕੁਝ ਲੋਕ ਗਟਰ 'ਚ ਹੀ ਮਰ ਜਾਂਦੇ ਨੇ। ਇਹ ਸਾਡੇ ਮੁਲਕ ਦੀ ਤਰਾਸਦੀ ਹੈ। ਕੋਕ, ਪੈਪਸੀ ਤੇ ਪਤੰਜਲੀ ਨੂੰ ਵੱਡੇ ਜੁਰਮਾਨੇ ਹੋਏ ਨੇ। ਇਹ ਤੇ ਲੋਕਾਂ ਨੂੰ ਠੰਡਿਆਂ ਕਰਦੇ ਨੇ ਤੇ ਇਹ ਕਿਵੇਂ ਠੰਡੇ ਹੋ ਗਏ ਹੁਣ? सत श्री अकाल। पंजाबी नैशनल टीवी देख रहे दर्शकों को जी आਇਆਂ आखदे हां। तुहाडा मनपसंद प्रोग्राम विचार चर्चा लैके एक बार फिर तो तुहाडी कचहरी दे विच हाज़र हो गए हां। अज दे प्रोग्राम दे विच असीं किहड़े-किहड़े मुद्दिआं ते अपने माहिर मेहमान दे नाल गलबात करनी आ। सब तो पहलां अपने दर्शकों को मुद्दे दस दिंदे हां। भारत सरकार 4 वड्डे सरकारी बैंकों को वेचण की तैयारी कर रही है। किहड़े ने वो 4 बैंक? ये तो साडे माहिर मेहमान ही दसणगे। पश्चिमी बंगाल दे विच चोणां दा बिगल वज गया है ते नाल ही फूड पॉलिटिक्स शुरू हो गई है। इहदे बारे भी असीं अपने माहिर मेहमान दे नाल गलबात करांगे। 22 साला वातावरण कारकुन दिशा रवि जिथे उन्हां दी गिरफ्तारी दी सारा आलम निखेधी कर रहा है, पर भाजपा दे कुछ आगू ने जिहड़े इस गिरफ्तारी दी हमायत कर रहे ने ते इस 22 साला लड़की दी जिहड़ी तुलना आ पाकिस्तान कट्टड़पंथियां दे नाल कीती जा रही है। इस तो इलावा होर भी बहुत सारे मुद्दों ते असीं अपने माहिर मेहमान दे नाल गलबात करांगे। इस वेले स्टूडियो दे विच मेरे नाल मौजूद ने अमृतपाल शर्मा जी। सब तो पहला उन्हां दा स्वागत कर लैंदे हां। सत श्री अकाल सर, स्वागत करदे हां जी तुहाडा प्रोग्राम दे विच। सत श्री अकाल सुबलीन जी, शुक्रिया जी। सर अज बसंत पंचमी है ते सर छोटू राम जी दा जन्मदिन भी है ते किसान अंदोलन दे विच इस जन्मदिन नूं मनाउण दीआं तैयारियां भी कीतीआं जा रहीआं ने। की कहना चाहोगे इस बारे? ਸਭ ਤੋਂ ਪਹਿਲਾਂ ਤਾਂ ਅਸੀਂ ਦਰਸ਼ਕਾਂ ਨੂੰ ਬਸੰਤ ਪੰਚਮੀ ਦੀਆਂ ਵਧਾਈਆਂ ਦਈਏ। ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤੇ ਅਸੀਂ ਇਹਦੀ ਮਹਾਨਤਾ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਸਾਹਮਣੇ ਆਉਂਦੀ ਆ, ਇੱਥੇ ਸਾਰੇ ਮੌਸਮਾਂ ਦਾ ਤੇ ਸਾਰੇ ਤਰ੍ਹਾਂ ਦੀਆਂ ਰੁੱਤਾਂ ਦਾ ਹੋਣਾ ਹੀ ਆ ਜੀ। ਤੇ ਜਦੋਂ ਅਸੀਂ ਬਸੰਤ ਦੀ ਗੱਲ ਕਰੀਏ ਤੇ ਇਹਨੂੰ ਰਿਤੂ ਰਾਜ ਕਹਿੰਦੇ ਆ ਕਿ ਰੁੱਤਾਂ ਦੀ ਰਾਣੀ ਆ ਬਸੰਤ ਜੀ। ਸਰਦੀ ਤੋਂ ਬਾਅਦ ਜਦੋਂ ਮੌਸਮ ਅਸੀਂ ਮਾਘੀ ਦੀ ਸੰਗਰਾਂਦ ਮਨਾਉਂਦੇ ਆ ਤੇ ਉਦੋਂ ਅਸੀਂ ਕਹਿੰਦੇ ਆ ਕਿ ਸੂਰਜ ਹੁਣ ਧਰਤੀ ਦੇ ਨੇੜੇ ਆਉਣਾ ਸ਼ੁਰੂ ਹੋ ਗਿਆ। दिन ਵੱਡੇ ਸ਼ੁਰੂ ਹੋ ਜਾਂਦੇ ਆ ਹੁਣੇ ਤੇ ਗਰਮੀ ਜਿਹੜੀ ਆ ਵਧਣੀ ਸ਼ੁਰੂ ਹੋ ਜਾਂਦੀ ਆ ਤੇ ਜਿੱਦਾਂ ਗਰਮੀ ਵੱਧਦੀ ਆ ਉਦਾਂ ਜਿਹੜੇ ਨਵੇਂ ਪੱਤੇ ਨੇ ਫੁੱਟਦੇ ਨੇ, ਬੀਜ ਜਿਹੜੇ ਨੇ ਪੁੰਗਰਦੇ ਨੇ, ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਨੇ ਤੇ ਮਾਘੀ ਤੋਂ ਥੋੜੇ ਦਿਨਾਂ ਬਾਅਦ ਜਿਹੜੀ ਆ ਬਸੰਤ ਪੰਚਮੀ ਆ ਜਾਂਦੀ ਆ ਤੇ ਬਹੁਤ ਸੁਹਾਵਣਾ ਮੌਸਮ ਹੋ ਜਾਂਦਾ। ਦੇਵੀ ਜਿਹੜੀ ਤੁਹਾਡੀ ਸਰਸਵਤੀ ਦੇਵੀ ਦੀ ਪੂਜਾ ਕੀਤੀ ਜਾਂਦੀ ਆ ਬਸੰਤ ਪੰਚਮੀ ਤੇ। ਵਿਦਿਆ ਦੀ ਦੇਵੀ ਅਸੀਂ ਇਹਨੂੰ ਕਹਿੰਦੇ ਆ, ਸੰਗੀਤ ਦੀ ਦੇਵੀ ਅਸੀਂ ਕਹਿੰਦੇ ਆ। ਇਹਦੀ ਪੂਜਾ ਹੁੰਦੀ ਆ ਆਮ ਤੌਰ ਤੇ। ਹੋਰ ਬਹੁਤ ਸਾਰੇ ਤਰੀਕਿਆਂ ਨਾਲ ਬਸੰਤ ਮਨਾਈ ਜਾਂਦੀ ਆ। ਪਤੰਗਬਾਜ਼ੀ ਹੁੰਦੀ ਆ ਜੀ। ਖਾਣ ਪੀਣ ਦੇ ਜਿਹੜੇ ਪਕਵਾਨ ਆ, ਅਸੀਂ ਹਾਲਾਂਕਿ ਦੋਨਾਂ ਨੇ ਬਸੰਤ ਪੰਚਮੀ ਵਾਲਾ ਕੋਈ ਰੰਗ ਨਹੀਂ ਪਹਿਨਿਆ, ਨਹੀਂ ਤੇ ਪੀਲੇ ਤੇ ਕੇਸਰੀ ਰੰਗ ਦਾ ਬੜਾ ਜਿਹੜਾ ਇਹਦੇ 'ਚ ਮਹੱਤਵ ਮੰਨਿਆ ਜਾਂਦਾ। ਬੜੇ ਤਰੀਕੇ ਦੇ ਨਾਲ ਲੋਕ ਖਾਸ ਤੌਰ ਤੇ ਜਿਹੜੇ ਐਜੂਕੇਸ਼ਨ ਨਾਲ ਜੁੜੇ ਹੋਏ ਲੋਕ ਨੇ, ਪ੍ਰੋਫੈਸਰ ਲੋਕ ਨੇ, ਇਸ ਦਿਨ ਬਹੁਤ ਖਾਸ ਤਰੀਕੇ ਨਾਲ ਸਰਸਵਤੀ ਦੀ ਪੂਜਾ ਵੀ ਕਰਦੇ ਨੇ ਤੇ ਬਹੁਤ ਸਾਰੀਆਂ ਹੋਰ ਰਵਾਇਤਾਂ ਦੀ ਜਿਹੜੀ ਪਾਲਣਾ ਉਹ ਵੀ ਕੀਤੀ ਜਾਂਦੀ ਹੈ ਜੀ। ਤੇ ਤੁਸੀਂ ਗੱਲ ਕੀਤੀ ਸਰ ਛੋਟੂ ਰਾਮ ਜੀ ਦੀ, ਬਿਲਕੁਲ ਉਹਨਾਂ ਦਾ ਜਿਹੜਾ ਜਨਮ ਆ ਅਸਲ ਦੇ ਵਿੱਚ ਉਹ 24 ਨਵੰਬਰ ਦਾ ਆ, ਪਰ ਪਤਾ ਨਹੀਂ ਉਹਨਾਂ ਦੇ ਦਿਮਾਗ ਵਿੱਚ ਕੀ ਸੀ। ਉਹ ਜਦੋਂ ਥੋੜ੍ਹੇ ਵੱਡੇ ਹੋਏ ਤੇ ਉਹ ਆਪਣਾ ਜਨਮ ਦਿਨ ਆਪ ਹੀ ਬਸੰਤ ਪੰਚਮੀ ਵਾਲੇ ਦਿਨ ਮਨਾਉਂਦੇ ਸੀ ਜੀ। ਹਰਿਆਣੇ ਤੋਂ ਕਿਸੇ ਗੜੀ ਸਾਂਪਲਾ ਪਿੰਡ ਤੋਂ ਸੀ ਉਹਨਾਂ ਦਾ ਜਨਮ। ਉਹਨਾਂ ਨੇ ਬਹੁਤ ਚੰਗੀ ਪੜ੍ਹਾਈ ਕੀਤੀ, ਲਾਅ ਦੇ ਗ੍ਰੈਜੂਏਟ ਸੀ ਉਹ, ਪਰ ਉਹਨਾਂ ਨੇ ਪੜ੍ਹ ਲਿਖ ਕੇ ਕਿਸੇ ਨੌਕਰੀ ਕਰਨ ਦੀ ਬਜਾਏ ਆਪਣੀ ਸਾਰੀ ਲਿਆਕਤ, ਆਪਣਾ ਸਾਰਾ ਸਮਾਂ ਜਿਹੜਾ ਸੀ ਉਹ ਕਿਸਾਨ ਭਲਾਈ ਲਈ ਹੀ ਲਾਇਆ ਜੀ। ਅਣਵੰਡੇ ਪੰਜਾਬ 'ਚ ਜਦੋਂ ਕੌਂਸਲ ਬਣਦੀ ਸੀ ਜਿੱਥੇ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ, ਉਹਦੇ ਉਹ ਮਿਨਿਸਟਰ ਬਣਦੇ ਰਹੇ, ਮੈਂਬਰ ਰਹੇ ਆ ਕਾਫੀ ਟਾਈਮ, ਮਿਨਿਸਟਰ ਵੀ ਬਣੇ ਤੇ ਮਿਨਿਸਟਰ ਬਣਦਿਆਂ ਜਿਹੜੇ ਉਹਨਾਂ ਨੇ ਕੰਮ ਕੀਤੇ ਉਹ ਸਾਰੇ ਦੇ ਸਾਰੇ ਆਮ ਲੋਕ ਭਲਾਈ ਤੇ ਕਿਸਾਨ ਭਲਾਈ ਲਈ ਸੀ। ਸੁਨੀਲ ਜੀ, ਹੈਰਾਨੀ ਦੀ ਗੱਲ ਆ ਕਿ 22 ਤੋਂ ਜ਼ਿਆਦਾ ਕਾਨੂੰਨ ਉਹਨਾਂ ਨੇ ਪਾਸ ਕਰਵਾਏ 2-3 ਸਾਲ ਦੇ ਟਰਮ ਦੇ ਵਿੱਚ। ਉਹਨਾਂ ਦੇ ਵਿੱਚ ਵੱਡਾ ਜਿਹੜਾ ਕਾਨੂੰਨ ਸੀ ਉਹ, ਜੇ ਅਸੀਂ ਉਹਦੀ ਗੱਲ ਕਰੀਏ ਨਾ, ਜਿਸ ਟਾਈਮ ਨੂੰ ਅਸੀਂ ਗੱਲ ਕਰਦੇ ਹਾਂ ਅੱਜ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਜ਼ਿਆਦਾ ਰੌਲਾ ਜਿਹੜਾ ਹੈ ਉਹ MSP ਦਾ ਹੈ ਕਿ ਕਿਸਾਨਾਂ ਦੀ ਜਿਹੜੀ ਫਸਲ ਆ ਉਹਦੀ ਕੀਮਤ ਉਹਨਾਂ ਨੂੰ ਪੂਰੀ ਮਿਲੇ। ਤੁਸੀਂ ਹੈਰਾਨ ਹੋਵੋਗੇ 1938 ਦੀ ਗੱਲ ਆ ਸ਼ਾਇਦ, ਇਹ 38 ਦੇ ਵਿੱਚ ਜਦੋਂ ਵਰਲਡ ਵਾਰ ਦੇ ਵਿੱਚ ਅੰਗਰੇਜ਼ ਸਰਕਾਰ ਚਾਹੁੰਦੀ ਸੀ ਕਿ ਇੱਥੋਂ 6 ਰੁਪਏ ਮਣ ਕਣਕ ਖਰੀਦ ਕੇ ਤੇ ਬਾਹਰ ਭੇਜਣੀ ਆ
ਤੇ ਉਹਨਾਂ ਨੇ ਇਸ ਗੱਲ ਦਾ ਪੁਰਜ਼ੋਰ ਵਿਰੋਧ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਕਿਸਾਨਾਂ ਨੂੰ ਕਣਕ ਆ ਉਹ 6 ਰੁਪਏ ਮਣ ਨਹੀਂ, ਉਹ 9 ਰੁਪਏ ਮਣ ਉਹਨਾਂ ਨੂੰ ਪੈਂਦੀ ਆ ਤੇ 1 ਰੁਪਏ ਮਣ ਪ੍ਰੋਫਿਟ ਕਰਕੇ 10 ਰੁਪਏ ਮਣ ਵੇਚੀ ਜਾਵੇ ਘੱਟ ਤੋਂ ਘੱਟ ਜੀ। ਤੇ ਉਹਦੇ ਲਈ ਉਹਨਾਂ ਦਾ ਬੜਾ ਵਿਰੋਧ ਹੋਇਆ। ਉਹਨਾਂ ਨੇ ਵਾਇਸਰਾਏ ਵੇਵਲ ਨਾਲ ਇਸ ਤਕਰਾਰ ਦੇ ਵਿੱਚ ਵੀ ਹਿੱਸਾ ਲਿਆ ਤੇ ਫਿਰ ਆਪਣੀ ਗੱਲ ਮਨਾ ਕੇ ਸਾਹ ਲਿਆ। ਸੋ ਕੁੱਲ ਮਿਲਾ ਕੇ MSP ਦੀ ਜਿਹੜੀ ਸ਼ੁਰੂਆਤ ਆ, ਕਿਸਾਨਾਂ ਦੀ ਉਪਜ ਦਾ ਸਹੀ ਮੁੱਲ ਦਿਵਾਉਣ ਦੀ ਸ਼ੁਰੂਆਤ ਸਰ ਛੋਟੂ ਰਾਮ ਜੀ ਤੋਂ ਹੋਈ ਸੀ। ਬਾਅਦ ਵਿੱਚ ਲਾਲ ਬਹਾਦਰ ਸ਼ਾਸਤਰੀ ਦੇ ਜਿੰਮੇ ਵੀ ਇਹ ਗੱਲ ਆਈ ਆ ਕਿ ਉਹਨਾਂ ਨੇ ਵੀ MSP ਨੂੰ ਲਾਗੂ ਕਰਵਾਉਣ ਦੇ ਵਿੱਚ ਭੂਮਿਕਾ ਨਿਭਾਈ, ਪਰ ਸਰ ਛੋਟੂ ਰਾਮ ਦਾ ਜਿਹੜਾ ਸ਼ੁਰੂਆਤ ਆ ਕਿਸਾਨ ਭਲਾਈ ਲਈ ਉਹ ਬਹੁਤ ਪਹਿਲਾਂ ਕਰ ਦਿੱਤੀ ਸੀ ਉਹਨਾਂ ਨੇ, ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਹੀ। ਤੇ ਸਰ ਛੋਟੂ ਰਾਮ ਭਾਰਤ ਦੀ ਇਤਿਹਾਸ ਦੇ ਵਿੱਚ, ਭਾਰਤ ਦੀ ਹਿਸਟਰੀ ਦੇ ਵਿੱਚ, ਆਜ਼ਾਦੀ ਦੀ ਲੜਾਈ ਦੇ ਵਿੱਚ ਉਹ ਪਹਿਲੇ ਇਨਸਾਨਾਂ ਦੇ ਵਿੱਚ ਸੀ ਜਿਹੜੇ ਪਾਕਿਸਤਾਨ ਤੇ ਭਾਰਤ ਦੀ ਵੰਡ ਦਾ ਵਿਰੋਧ ਕਰਦੇ ਸੀ। ਉਹਦੇ ਲਈ ਵੀ ਉਹਨਾਂ ਨੂੰ ਬਹੁਤ ਵਿਰੋਧ ਝੱਲਣਾ ਪਿਆ। ਉਹਨਾਂ ਦੇ ਬਣਾਏ ਹੋਏ ਕਾਨੂੰਨਾਂ ਦੇ ਵਿੱਚ ਕਰਜ਼ਦਾਰ ਦੀ ਜਿਹੜੀ ਸੀ, ਕਿਸਾਨ ਕਰਜ਼ਿਆਂ ਦੀ ਮਾਫੀ ਦੀ ਗੱਲ ਵੀ ਹੋਈ। ਉਹਨਾਂ ਨੇ ਇੱਕ ਇਹ ਵੀ ਕਾਨੂੰਨ ਪਾਸ ਕਰਾਇਆ ਸੀ ਕਿ ਜੇ ਵਿਆਜ ਦੇ ਰੂਪ ਦੇ ਵਿੱਚ 2 ਗੁਣਾ ਰਕਮ ਚਲੀ ਗਈ ਹੋਵੇ ਤਾਂ ਫਿਰ ਉਹਨੂੰ ਅਸਲ ਜਾਂ ਬਾਕੀ ਜਿਹੜੀਆਂ ਚੀਜ਼ਾਂ ਉਹ ਮਾਫ ਕਰਤੀਆਂ ਜਾਣਗੀਆਂ। ਤੇ ਇੱਦਾਂ ਹੀ ਉਹਨਾਂ ਨੇ ਇੱਕ ਜਿਹੜੀ ਕਿਸਾਨਾਂ ਦੀਆਂ ਜ਼ਮੀਨਾਂ ਸੀਗੀਆਂ, ਅੰਗਰੇਜ਼ਾਂ ਨੇ ਕੁਝ ਕਾਨੂੰਨ ਬਣਾ ਕੇ ਉਹਨਾਂ ਜ਼ਮੀਨਾਂ ਨੂੰ ਹਥਿਆ ਲਿਆ ਸੀਗਾ ਤੇ ਜਾਂ ਸ਼ਾਹੂਕਾਰਾਂ ਕੋਲ ਜ਼ਮੀਨਾਂ ਚਲ ਗਈਆਂ ਸੀ। ਉਹਨਾਂ ਨੇ ਕਿਸਾਨਾਂ ਨੂੰ ਬਿਨਾਂ ਕਿਸੇ ਖਰਚ ਤੋਂ ਸਾਦੇ ਕਾਗਜ਼ 'ਤੇ ਐਪਲੀਕੇਸ਼ਨ ਮੰਗਾ ਕੇ 6 ਮਹੀਨੇ ਦੇ ਅੰਦਰ ਅੰਦਰ 8 ਲੱਖ ਤੋਂ ਜ਼ਿਆਦਾ ਏਕੜ ਜ਼ਮੀਨ ਜਿਹੜੀ ਸੀ ਉਹ ਮੁਫਤ ਕਿਸਾਨਾਂ ਨੂੰ ਵਾਪਸ ਕਰਵਾਈ। ਉਹਦੇ 'ਚ ਜ਼ਿਆਦਾ ਕਿਸਾਨ ਜਿਹੜੇ ਸੀ ਉਹ ਪੱਛਮੀ ਪੰਜਾਬ ਦੇ ਹੀ ਸੀ। ਸੋ ਬਹੁਤ ਵੱਡੀ ਸ਼ਖਸੀਅਤ ਰਹੇ ਨੇ ਆਪਣੇ ਜ਼ਮਾਨੇ ਦੀ ਤੇ ਕਿਸਾਨ ਭਲਾਈ ਲਈ ਖਾਸ ਤੌਰ 'ਤੇ। ਉਹਨਾਂ ਦਾ ਜਨਮ ਦਿਨ ਆ ਤੇ ਕਿਸਾਨ ਮੋਰਚੇ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਸ ਜਨਮ ਦਿਨ ਨੂੰ ਮਨਾਇਆ ਜਾਣਾ ਆ ਤੇ ਉੱਥੇ ਜਿਹੜਾ ਇਹਦੇ ਤੇ ਸੰਬੰਧਿਤ ਕੰਮ ਹੋਣਗੇ, ਅਖਬਾਰਾਂ ਦੇ ਵਿੱਚ ਉਹਦੇ ਲਈ ਲੇਖ ਵੀ ਛਪਣਗੇ, ਹੋਰ ਬਹੁਤ ਸਾਰੀਆਂ ਗੱਲਾਂ ਹੋਣਗੀਆਂ। ਪਰ ਮੈਨੂੰ ਇੱਦਾਂ ਲੱਗਦਾ ਕਿ ਸਰ ਛੋਟੂ ਰਾਮ ਤੋਂ ਸਾਡੇ ਅੱਜ ਦੇ ਲੀਡਰਾਂ ਨੂੰ ਇਹ ਗੱਲ ਸਿੱਖਣੀ ਚਾਹੀਦੀ ਆ, ਗ੍ਰਹਿਣ ਕਰਨੀ ਚਾਹੀਦੀ ਆ, ਉਹਨਾਂ ਦੀ ਸ਼ਖਸੀਅਤ ਦੇ ਨੇੜੇ ਪਹੁੰਚਣ ਦੇ ਯਤਨ ਕਰਨੇ ਚਾਹੀਦੇ ਆ ਕਿ ਕਿੱਦਾਂ ਜਿਹੜਾ ਲੀਡਰ ਆ ਉਹ ਲੋਕਾਂ ਦਾ ਲੀਡਰ ਹੋਣਾ ਚਾਹੀਦਾ ਤੇ ਲੋਕ ਭਲਾਈ ਲਈ ਸਮਰਪਿਤ ਹੋਣਾ ਚਾਹੀਦਾ। ਬਿਲਕੁਲ ਜੀ। ਜੇ ਸ਼ਰਮਾ ਜੀ ਗੱਲ ਕਰੀਏ ਦਿਸ਼ਾ ਰਵੀ ਦੀ, 22 ਸਾਲਾ ਵਾਤਾਵਰਣ ਕਾਰਕੁਨ ਹੈ ਤੇ ਦਿੱਲੀ ਪੁਲਿਸ ਨੇ ਟੂਲਕਿਟ ਦੇ ਮਾਮਲੇ 'ਚ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ। ਸਾਰਾ ਆਲਮ ਇਸ ਵੇਲੇ ਇਸ ਗ੍ਰਿਫਤਾਰੀ ਦੀ ਨਿੰਦਾ ਕਰ ਰਿਹਾ ਆ, ਪਰ ਭਾਜਪਾ ਦੇ ਆਗੂ PC ਮੋਹਨ ਨੇ ਇਹਨਾਂ ਦੀ ਜਿਹੜੀ ਤੁਲਨਾ ਹੈ ਉਹ ਅਜਮਲ ਮੁਹੰਮਦ ਕਸਾਬ ਦੇ ਨਾਲ ਕੀਤੀ ਹੈ, ਜਿਹੜੇ 26/11 ਮੁੰਬਈ ਦੇ ਜਿਹੜਾ ਹਮਲਾ ਹੋਇਆ ਸੀ ਉਹਦੇ ਵਿੱਚ ਉਹਨਾਂ ਦਾ ਨਾਂ ਸ਼ਾਮਲ ਹੈ। ਤੇ 22 ਸਾਲਾ ਵਾਤਾਵਰਣ ਕਾਰਕੁਨ ਦਾ ਪਾਕਿਸਤਾਨ ਕੱਟੜਪੰਥੀ ਦੇ ਨਾਲ ਤੁਲਨਾ ਕਰਨਾ ਕਿੰਨਾ ਕੁ ਜਾਇਜ਼ ਹੈ? ਸੁਵਲੀਨ ਜੀ, ਅਸੀਂ ਦੇਖਦੇ ਹਾਂ ਕਿ ਜਦੋਂ ਤੋਂ BJP ਦੀ ਸਰਕਾਰ ਬਣੀ ਆ ਤੇ ਇੱਕ ਖਾਸ ਤਰੀਕੇ ਦੇ ਏਜੰਡੇ ਦੇ ਉੱਤੇ ਕੰਮ ਹੋ ਰਿਹਾ ਜੀ, ਜਿਹੜਾ ਤੇ ਬੰਦਾ ਇਹਨਾਂ ਦੀ ਪਾਲਿਸੀ ਨੂੰ ਸੂਟ ਕਰਦਾ ਉਹਦੇ ਲਈ ਤੇ ਸਾਰਾ ਕੁਝ ਠੀਕ ਆ। ਤੇ ਜੇ ਕੋਈ ਉਹਨਾਂ ਦੇ ਨਾਲ ਕੋਈ ਵਿਰੋਧ ਦੀ ਗੱਲ ਕਰਦਾ ਤੇ ਉਹਨੂੰ ਫਟਾਫਟ ਇੱਕੋ ਹੀ ਜਿਹੜਾ ਲਾਈਨ ਰੱਖੀ ਹੋਈ ਆ ਕਿ ਇਹ ਦੇਸ਼ ਵਿਰੋਧੀ ਆ। ਬਿਲਕੁਲ। ਉਹਦੀ ਉਮਰ ਨੂੰ ਲੈ ਕੇ 21 ਸਾਲ ਦੀ ਉਮਰ, ਸ਼ਾਇਦ ਤੁਸੀਂ 22 ਸਾਲ ਕਿਹਾ, 21 ਜਾਂ 22 ਸਾਲ ਆ ਕਰੀਬ, ਅਜਮਲ ਕਸਾਬ ਦੀ ਉਮਰ ਨਾਲ ਵੀ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ। ਤੇ ਇੱਕ ਨੌਜਵਾਨ ਜਿਹਦੀ ਮੌਤ ਹੋਈ ਸੀ ਜੰਮੂ ਕਸ਼ਮੀਰ ਦੇ ਵਿੱਚ, ਬੁਰਹਾਨ ਵਾਨੀ, ਉਹਦੀ ਉਮਰ ਨੂੰ ਲੈ ਕੇ ਵੀ PC ਮੋਹਨ ਬੰਗਲੌਰ ਸੈਂਟਰਲ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਇੱਕ ਟਵੀਟ ਕੀਤਾ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਉਮਰ ਜਿੰਨੀ ਮਰਜ਼ੀ ਹੋਵੇ, ਕ੍ਰਾਈਮ ਇਜ਼ ਏ ਕ੍ਰਾਈਮ। ਅਸੀਂ ਕੋਈ ਜੱਜ ਨਹੀਂ ਹੈਗੇ ਇੱਥੇ ਬੈਠ ਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਬੁਰਹਾਨ ਵਾਨੀ ਠੀਕ ਸੀ ਜਾਂ ਗਲਤ ਸੀ। ਜੋ ਵੀ ਗਲਤ ਕਰਦਾ ਆ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ, ਉਹਦੀ ਜਾਂਚ ਵੀ ਹੋਣੀ ਚਾਹੀਦੀ ਆ। ਇਹ ਕਾਨੂੰਨ ਸਾਰਿਆਂ ਲਈ ਲਾਗੂ ਆ ਤੇ ਜੇ ਕਾਨੂੰਨ ਸਾਰਿਆਂ ਲਈ ਲਾਗੂ ਆ, ਸੁਪਰੀਮ ਕੋਰਟ ਤੇ ਮਾਣਯੋਗ ਅਦਾਲਤਾਂ ਹਮੇਸ਼ਾ ਇਹ ਕਹਿੰਦੀਆਂ ਕਿ ਜਦ ਤੱਕ ਕਿਸੇ ਦਾ ਦੋਸ਼ ਸਾਬਤ ਨਹੀਂ ਹੁੰਦਾ ਤੁਸੀਂ ਉਹਨੂੰ ਗਲਤ ਨਹੀਂ ਕਹਿ ਸਕਦੇ। ਤੇ ਫਿਰ ਭਾਜਪਾ ਦੇ MP ਇੱਕ ਛੋਟੀ ਉਮਰ ਦੀ ਕੁੜੀ ਆ, ਆਪਾਂ ਮੰਨ ਲੈਂਦੇ ਹਾਂ, ਹੋ ਸਕਦਾ ਕੱਲ ਇਹ ਗੱਲ ਸੱਚ ਹੋ ਜਾਏ, ਪਰ ਇਹ ਕੱਲ ਦੀ ਗੱਲ ਆ, ਆਉਣ ਵਾਲੇ ਕੱਲ ਹੋ ਸਕਦਾ ਉਹਦੇ ਤੇ ਕੋਈ ਗੱਲ ਸਾਬਤ ਹੋ ਜਾਏ। ਤੇ ਉਦੋਂ ਜਦੋਂ ਉਹਨੂੰ ਜੱਜ ਸਾਹਿਬ ਜਾਂ ਮਾਣਯੋਗ ਅਦਾਲਤ ਜਦੋਂ ਉਹਦੇ ਤੇ ਕੋਈ ਫੈਸਲਾ ਸੁਣਾਏਗੀ, ਉਸ ਤੋਂ ਬਾਅਦ ਤੁਸੀਂ ਦੱਸਿਓ ਕਿ ਉਹ ਕਸਾਬ ਵਰਗੀ ਹੈ ਜਾਂ ਕਸਾਬ ਵਰਗੀ ਨਹੀਂ ਹੈ। ਸੋ ਸਾਨੂੰ ਆਪਣੇ ਜਿਹੜੇ ਬੋਲ ਨੇ ਉਹਨਾਂ ਦੀ ਵਿਗਾੜ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ। ਅਸੀਂ ਅਕਸਰ ਪੰਜਾਬ 'ਚ ਗੱਲ ਕਰਦੇ ਹਾਂ ਕਿ ਘੱਟ ਖਾਧੇ ਤੇ ਘੱਟ ਬੋਲੇ ਦਾ ਨੁਕਸਾਨ ਨਹੀਂ ਹੁੰਦਾ। ਬਿਲਕੁਲ। ਤੇ ਲੀਡਰ ਨੇ ਅਸੀਂ ਹੁਣੇ ਸਰ ਛੋਟੂ ਰਾਮ ਜੀ ਦੀ ਗੱਲ ਕਰਦੇ ਹਟੇ ਹਾਂ ਤੇ ਹੁਣ ਇੱਕ ਪਾਸੇ ਸਰ ਛੋਟੂ ਰਾਮ ਜੀ ਨੇ ਤੇ ਇੱਕ ਪਾਸੇ PC ਮੋਹਨ ਨੇ। ਤੁਸੀਂ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਜਿਹੜਾ ਤੁਹਾਡੇ ਖਿਲਾਫ ਲੋਕਾਂ ਦੀ ਆਵਾਜ਼ ਜਾਵੇ? ਚੰਗੀ ਗੱਲ ਆ, ਜੇ ਉਹਨੇ ਕੁਝ ਗਲਤ ਕੀਤਾ ਹੈ ਤੇ ਲੈਟ ਦਾ ਕੋਰਟ ਟੇਕ ਇਸ ਡਿਸੀਜ਼ਨ। ਅਸੀਂ ਅਕਸਰ ਇਹ ਗੱਲ ਸੁਣਦੇ ਹਾਂ ਵੀ ਅਦਾਲਤ ਆਪਣਾ ਕੰਮ ਕਰੇਗੀ, ਕਾਨੂੰਨ ਆਪਣਾ ਕੰਮ ਕਰੇਗਾ। ਫਿਰ ਸਾਨੂੰ ਇਹੋ ਜਿਹੀਆਂ ਜਿਹੜੀਆਂ ਗੱਲਾਂ ਆ ਉਹ ਨਹੀਂ ਬੋਲਣੀਆਂ ਚਾਹੀਦੀਆਂ। ਜੇ ਆਪਾਂ ਇਸ ਅੰਦੋਲਨ ਨੂੰ ਗੱਲ ਕਰੀਏ, ਅਸੀਂ ਬਹੁਤ ਦਿਨਾਂ ਤੋਂ ਮਹੀਨਿਆਂ ਤੋਂ ਕਹਿ ਲਈਏ, ਹੌਲੀ ਹੌਲੀ ਮੈਨੂੰ ਲੱਗਦਾ ਆਪਾਂ ਸਾਲਾਂ ਵੀ ਕਹਿਣ ਲੱਗ ਜਾਂਗੇ। ਤੇ ਸਰਕਾਰ ਦਾ ਬਹੁਤ ਸਾਰਾ ਜ਼ੋਰ ਜਿਹੜਾ ਇਸ ਗੱਲ ਤੇ ਲੱਗਾ ਹੋਇਆ ਕਿ ਇਸ ਅੰਦੋਲਨ ਨੂੰ ਥੰਮਿਆ ਕਿੱਦਾਂ ਜਾਏ, ਹੌਲਾ ਕਿੱਦਾਂ ਕੀਤਾ ਜਾਏ, ਤੋੜਿਆ ਕਿੱਦਾਂ ਜਾਏ। ਤੇ ਉਹ 26 ਜਨਵਰੀ ਵਾਲੀ ਘਟਨਾ ਤੋਂ ਬਾਅਦ ਟੂਲ ਕਿੱਟ ਦਾ ਮਸਲਾ ਸਾਹਮਣੇ ਆਇਆ। ਹਾਲਾਂਕਿ ਸਾਡੇ ਲਈ ਤੇ ਬੜੀ ਨਵੀਂ ਗੱਲ ਸੀ ਕਿ ਟੂਲ ਕਿੱਟ ਹੈ ਕੀ,
ਅਸੀਂ ਗੱਲ ਦੇਖੀ ਆ, ਹੁਣ ਸਮਝੀ ਆ ਕਿ ਕੀ ਕਹਾਣੀ ਸੀ। ਟਵੀਟ ਕਰਨ ਲਈ ਕੁਝ ਸਿਸਟਮ ਬਣਾਇਆ ਗਿਆ ਕਿ ਇੱਦਾਂ ਕਿੱਧਰ ਨੂੰ ਉਹ ਕਰਨੇ ਆ ਤੇ ਕਿਹਨੂੰ ਹੌਲੀ ਕਰਨਾ ਤੇ ਕਿਹਨੂੰ ਤੇਜ਼ ਕਰਨਾ। ਤੇ ਉਸ ਘਟਨਾ ਦੇ ਵਿੱਚ ਜੇ ਉਹਦੀ ਕੋਈ ਗਲਤੀ ਹੈਗੀ ਆ ਤੇ ਬਿਲਕੁਲ ਉਹਦਾ ਜਿਹੜਾ ਆ ਪੱਖ ਕੋਈ ਕਿਸੇ ਨੂੰ ਵੀ ਨਹੀਂ ਪੂਰਿਆ ਜਾਣਾ ਚਾਹੀਦਾ। ਪਰ ਅਸੀਂ ਬਹੁਤ ਸਾਰੀਆਂ ਗੱਲਾਂ 'ਚ ਦੇਖਦੇ ਹਾਂ ਕਿ ਜਿਹੜੀ BJP ਦੀ ਬਣਾਈ ਹੋਈ ਸਰਕਾਰ ਆ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੜ ਹੋ ਕੇ ਦੇਖਦੀ ਹੈ। ਜੇ ਉਹ ਵਾਤਾਵਰਣ ਕਰਾ ਕੋਨਿਆ, ਜੇ ਉਹ ਕੋਈ ਚੰਗਾ ਕੰਮ ਕਰਦੀ ਹੈ, ਜੇ ਵਾਤਾਵਰਣ ਦੇ ਮਾਮਲੇ 'ਚ ਉਹਦੀ ਗ੍ਰੇਟਾ ਥਨਬਰਗ ਨਾਲ ਕਿਸੇ ਮਸਲੇ 'ਤੇ ਗੱਲ ਹੋਈ ਆ, ਜੇ ਉਹਨਾਂ ਨੇ ਕੋਈ ਟਵੀਟ ਕੀਤਾ ਆ ਭਾਰਤੀ ਕਿਸਾਨਾਂ ਦੇ ਪੱਖ ਦੇ ਵਿੱਚ ਜਾਂ ਵਿਰੋਧ ਦੇ ਵਿੱਚ, ਮੈਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਹੋ ਸਕਦਾ ਹੈ ਪੰਜਾਬ ਵਿੱਚ ਰਹਿੰਦੇ ਹੋਏ ਕੋਈ ਬੰਦਾ ਖਾਲਿਸਤਾਨ ਦਾ ਸਮਰਥਕ ਹੋਵੇ ਜੀ। ਜੇ ਦੇਸ਼ ਹਿੰਦੁਸਤਾਨ ਦੇ ਵਿੱਚ ਰਹਿੰਦੇ ਹੋਏ ਕੁਝ ਬੰਦੇ ਹਿੰਦੂ ਰਾਸ਼ਟਰ ਦੇ ਸਮਰਥਕ ਹੋ ਸਕਦੇ ਆ ਤੇ ਕੁਝ ਬੰਦੇ ਖਾਲਿਸਤਾਨ ਰਾਜ ਦੇ ਵੀ ਸਮਰਥਕ ਹੋ ਸਕਦੇ ਆ, ਕਿਸੇ ਨੂੰ ਉਹ ਗੱਲ ਵੀ ਪਸੰਦ ਹੋ ਸਕਦੀ ਹੈ। ਪਰ ਇੱਥੇ ਮਸਲਾ ਇਹ ਨਹੀਂ ਹੈਗਾ ਕਿ ਕੋਈ ਬੰਦਾ ਦੇਸ਼ ਨੂੰ ਤੋੜ ਰਿਹਾ ਜਾਂ ਨਹੀਂ ਤੋੜ ਰਿਹਾ, ਗੱਲ ਤੇ ਕਿਸਾਨਾਂ ਦੇ ਸਾਥ ਦੀ ਹੋ ਰਹੀ ਹੈ। ਦੇਸ਼ ਦੁਨੀਆ ਤੋਂ ਬਹੁਤ ਸਾਰੇ ਲੋਕ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਆ ਤੇ ਕਰਨਾ ਵੀ ਚਾਹੀਦਾ। ਜੇ ਕੋਈ ਗੱਲ ਗਲਤ ਆ ਤੇ ਉਹਨੂੰ ਗਲਤ ਕਹਿਣ ਦਾ ਅਧਿਕਾਰ ਸਾਰਿਆਂ ਨੂੰ ਆ। ਸਰਕਾਰ ਨੂੰ ਵੀ ਆਪਣੀ ਗੱਲ ਰੱਖਣ ਦਾ ਅਧਿਕਾਰ ਆ, ਪਰ ਇਹ ਜਿਹੜਾ ਅਧਿਕਾਰ ਆ ਸਾਨੂੰ ਕਿਸੇ ਨੂੰ ਵੀ ਕਿਸੇ ਇੱਕ 21 ਜਾਂ 22 ਸਾਲ ਦੀ ਬੱਚੀ ਨੂੰ ਕਿਸੇ ਅੱਤਵਾਦੀ ਨਾਲ ਤੁਲਨਾ ਕਰ ਦੇਣੀ, ਇਹ ਅਧਿਕਾਰ ਜਿਹੜਾ ਆ ਫਿਰ ਤੁਹਾਡੇ ਅਧਿਕਾਰ ਤੋਂ ਬਾਹਰ ਚਲੇ ਜਾਂਦਾ। ਸਾਨੂੰ ਇੱਦਾਂ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਆ BJP ਲੀਡਰਸ ਨੂੰ। ਬਾਕੀ ਕਾਨੂੰਨ ਦੇ ਨਜ਼ਰ 'ਚ ਸਾਰੇ ਬਰਾਬਰ ਆ ਤੇ ਜੇ ਉਹਨੇ ਕੁਝ ਇਹੋ ਜਿਹੀ ਗੱਲ ਕੀਤੀ ਆ, ਜਿਹੋ ਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ, ਪੋਇਟਿਕ ਜਸਟਿਸ ਫਾਊਂਡੇਸ਼ਨ ਦਾ ਨਾਮ ਆ ਰਿਹਾ, ਕੋਈ ਮੌਤ ਧਾਲੀਵਾਲ ਨੇ, ਕੁਝ ਬਾਅਦ ਵਿੱਚ ਕਿਹਾ ਜਾਂਦਾ ਕਿ ਉਹ ਖਾਲਿਸਤਾਨ ਪੱਖੀ ਐਸੋਸੀਏਸ਼ਨ ਆ ਤੇ ਉਹਨਾਂ ਨੇ ਰਲ ਕੇ ਸਾਰਾ ਕੁਝ ਕੀਤਾ ਸੀਗਾ। ਇਹਦੇ ਲਈ ਸੁਰੱਖਿਆ ਏਜੰਸੀਆਂ ਹੈਗੀਆਂ ਨੇ, ਉਹ ਜਾਂਚ ਪੜਤਾਲ ਕਰਨਗੀਆਂ। ਜੇ ਕੁਝ ਇਹੋ ਜਿਹਾ ਸਾਹਮਣੇ ਆਉਂਦਾ ਤੇ ਉਹਦੇ ਲਈ ਕਾਨੂੰਨ ਨੂੰ ਆਪਣਾ ਕੰਮ ਕਰੇਗਾ, ਅਸੀਂ ਉਹਦੇ 'ਚ ਕੁਝ ਨਹੀਂ ਕਰ ਸਕਦੇ ਤੇ ਕਰਨਾ ਕਿਸੇ ਨੂੰ ਵੀ ਨਹੀਂ ਉਹਦੇ 'ਚ ਚਾਹੀਦਾ। ਜੀ ਸ਼ਰਮਾ ਜੀ ਕਹਿੰਦੇ ਹੁੰਦੇ ਨਾ ਕਿ ਜੇ ਮਾਮਲਾ ਦੂਜੇ ਦਾ ਹੋਵੇ ਤੇ ਸਾਡੇ ਤੋਂ ਵੱਡਾ ਜੱਜ ਕੋਈ ਨਹੀਂ, ਤੇ ਜੇ ਮਾਮਲਾ ਆਪਣਾ ਹੋਵੇ ਤੇ ਫਿਰ ਸਾਡੇ ਤੋਂ ਵੱਡਾ ਵਕੀਲ ਕੋਈ ਨਹੀਂ। ਭਾਜਪਾ ਦਾ ਵੀ ਕੁਝ ਇਹੋ ਜਿਹਾ ਹੀ ਹਾਲ ਹੋਇਆ। ਸ਼ਰਮਾ ਜੀ ਮੁੱਦੇ ਹੋਰ ਵੀ ਨੇ ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ ਅਸੀਂ ਗੱਲ ਕਰ ਰਹੇ ਸੀ ਭਾਜਪਾ ਦੀ, ਤੇ ਭਾਜਪਾ ਨੇ 4 ਸਰਕਾਰੀ ਬੈਂਕਾਂ ਨੂੰ ਵੇਚਣ ਦੀ ਤਿਆਰੀ ਵੀ ਕਰ ਲਈ ਹੈ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਸਵਲੀਨ ਜੀ, ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ, ਡਿਸਇਨਵੈਸਟਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਿਹੜਾ ਬਾਹਰੀ ਨਿਵੇਸ਼ ਆ ਉਹ ਸਰਕਾਰ ਦੇ ਕੰਮਾਂ ਦੇ ਵਿੱਚ ਆਉਣਾ ਚਾਹੀਦਾ। ਇਹਨਾਂ ਨੂੰ ਪੈਸੇ ਦੀ ਬਹੁਤ ਲੋੜ ਰਹਿੰਦੀ ਹੈ। ਅਸੀਂ ਬਜਟ ਦੇ ਵਿੱਚ ਦੇਖੀਆਂ ਸੀ ਬਹੁਤ ਸਾਰੀਆਂ ਗੱਲਾਂ ਤੇ ਜਦੋਂ ਸਾਨੂੰ ਲੱਗਦਾ ਸੀਗਾ ਕਿ ਕੁਝ ਇਹੋ ਜਿਹਾ ਕਰਨ ਵਾਲੀ ਆ BJP ਦੀ ਸਰਕਾਰ ਜੀ। ਜੇ ਅਸੀਂ ਡਿਸਇਨਵੈਸਟਮੈਂਟ ਦੀ ਗੱਲ ਕਰੀਏ ਤਾਂ ਇਹਦਾ ਬਹੁਤਾ ਰੌਲਾ ਜਿਹੜਾ ਸੀਗਾ ਉਹ PV ਨਰਸਿਮਹਾ ਰਾਓ ਦੇ ਟਾਈਮ ਤੋਂ ਵਪਾਰ ਨੂੰ ਖੋਲ੍ਹਣ ਨਾਲ ਪਿਆ ਸੀ ਤੇ ਅਟਲ ਬਿਹਾਰੀ ਵਾਜਪੇਈ ਜੀ ਨੇ ਡਿਸਇਨਵੈਸਟਮੈਂਟ ਨੂੰ ਬਹੁਤ ਜ਼ਿਆਦਾ ਵਰਤਿਆ ਸੀ। ਜਦੋਂ ਅਸੀਂ ਇਕਨੋਮਿਕਸ ਦੀ ਗੱਲ ਕਰੀਏ ਤਾਂ ਇੱਥੇ ਨਾ 2 ਤਰ੍ਹਾਂ ਦੇ ਖਰਚੇ ਆਉਂਦੇ ਆ, ਇੱਕ ਪਲੈਨਡ ਐਕਸਪੈਂਡੀਚਰ ਹੈ, ਇੱਕ ਨਾਨ ਪਲੈਨਡ ਐਕਸਪੈਂਡੀਚਰ। ਨਾਨ ਪਲੈਨਡ ਐਕਸਪੈਂਡੀਚਰ ਸਰਕਾਰ ਵੱਲੋਂ ਆਪਣੇ ਕੀਤੇ ਹੋਏ ਖਰਚੇ ਨੇ ਤੇ ਬਹੁਤ ਸਾਰੇ ਉਹ ਲੁਭਾਵਣੇ ਵਾਅਦੇ ਨੇ ਜਿਹੜੇ ਉਹ ਲੋਕਾਂ ਨੂੰ ਕਰਦੇ ਨੇ ਤੇ ਫਿਰ ਜਿਨ੍ਹਾਂ ਨੂੰ ਪੂਰੀਆਂ ਕਰਨ ਲਈ ਜਦੋਂ ਬਜਟ ਦਾ ਘਾਟਾ ਵੱਧ ਜਾਂਦਾ ਤਾਂ ਫਿਰ ਉਹ ਸਰਕਾਰੀ ਜਿਹੜੀਆਂ ਵੱਡੀਆਂ ਕੰਪਨੀਜ਼ ਨੇ ਉਹਨਾਂ ਨੂੰ ਵੇਚਣ ਦੀ ਗੱਲ ਕਰਦੇ ਨੇ ਜਾਂ ਹੋਰ ਬਹੁਤ ਕੁਝ ਇਹੋ ਜਿਹਾ ਕਰਦੇ ਨੇ ਜਿਹਦੇ ਨਾਲ ਡਿਸਇਨਵੈਸਟਮੈਂਟ ਆਉਂਦੀ ਹੈ। ਇਹਦੇ ਪਿੱਛੇ ਇੱਕ ਹੋਰ ਵੀ ਵੱਡਾ ਕਾਰਨ ਆ ਕਿ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਆ ਉਹ ਪ੍ਰਾਈਵੇਟ ਹੱਥਾਂ ਨੂੰ ਦੇਣੀਆਂ ਚਾਹੁੰਦੇ ਨੇ ਤਾਂ ਜੋ ਉਹ ਸਿਰਫ ਸਰਕਾਰ ਚਲਾਉਣ, ਰਾਜ ਹੀ ਕਰਨ ਤੇ ਕੰਮ ਕਰਨ ਪ੍ਰਾਈਵੇਟ ਅਦਾਰੇ ਤੇ ਕਾਰਪੋਰੇਟ ਅਦਾਰੇ। ਇਹਦੇ 'ਚ ਇਕੱਲਾ ਸਰਕਾਰ ਦਾ ਦੋਸ਼ ਨਹੀਂ ਹੈਗਾ। ਇੱਕ ਹੋਰ ਵੀ ਗੱਲ ਮੈਨੂੰ ਇੱਦਾਂ ਜਾਪਦੀ ਆ ਕਿ ਜਦੋਂ ਅਸੀਂ ਸਰਕਾਰੀ ਮੁਲਾਜ਼ਮ ਬਣ ਜਾਂਦੇ ਹਾਂ, ਤੁਹਾਨੂੰ ਯਾਦ ਹੋਣਾ ਭਗਵੰਤ ਮਾਨ ਇੱਕ ਵਾਰੀ ਜਦੋਂ ਕਮੇਡੀਅਨ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਕਿ ਹਿੰਦੁਸਤਾਨ ਦੀ ਇਹ ਤਰਾਸਦੀ ਆ ਕਿ ਜਦੋਂ ਕਿਸੇ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਆ ਤੇ ਉਹਨੂੰ ਫਿਰ ਵਧਾਈਆਂ ਮਿਲਦੀਆਂ ਨੇ, ਲੈ ਵੀ ਤੈਨੂੰ ਹੁਣ ਸਰਕਾਰੀ ਨੌਕਰੀ ਮਿਲ ਗਈ, ਹੁਣ ਤੂੰ ਮੌਜ ਕਰ, ਹੁਣ ਤੂੰ ਸਾਰੀ ਉਮਰ ਵਿਹਲਾ। ਅਸਲ ਦੇ ਵਿੱਚ ਚੁਟਕਲਾ ਨਹੀਂ ਹੈਗਾ, ਇਹ ਸਾਡੇ ਲਈ ਇੱਕ ਸੱਟ ਆ, ਇੱਕ ਚਪੇੜ ਆ ਕਿ ਜਦੋਂ ਸਾਨੂੰ ਉਹ ਮਿਲ ਜਾਂਦੀ ਹੈ, ਇੱਕ ਸਥਿਰਤਾ ਮਿਲ ਜਾਂਦੀ ਆ, ਪੱਕਾ ਹੋ ਜਾਂਦਾ ਕਿ ਸਾਨੂੰ ਸਰਕਾਰੀ ਨੌਕਰੀ ਮਿਲ ਗਈ, ਸਾਨੂੰ ਹੁਣ ਇੰਨੀ ਤਨਖਾਹ ਮਿਲ ਹੀ ਜਾਣੀ ਹੈ, ਕੰਮ ਕਰੀਏ ਚਾਹੇ ਨਾ ਕਰੀਏ। ਕਹਿਣ ਦਾ ਮਤਲਬ ਕੀ ਆ ਕਿ ਸਾਡੀ ਜਿਹੜੀ ਅਕਾਊਂਟੇਬਿਲਟੀ ਆ, ਸਾਡਾ ਜਿਹੜੀ ਜਵਾਬਦੇਹੀ ਆ ਉਹ ਤੈਅ ਨਹੀਂ ਹੈਗੀ। ਉਹਦੇ ਲਈ ਅਸੀਂ ਵੀ ਜ਼ਿੰਮੇਵਾਰ ਹਾਂ ਤੇ ਜਿਹੜੇ ਜਵਾਬ ਜਿਨ੍ਹਾਂ ਨੇ ਲੈਣੇ ਆ ਜਾਂ ਜਵਾਬਦੇਹੀ ਜਿਨ੍ਹਾਂ ਨੇ ਤੈਅ ਕਰਨੀ ਆ ਉਹ ਵੀ ਜ਼ਿੰਮੇਵਾਰ ਹੈ। ਖੈਰ ਅਸੀਂ ਵਾਪਸ ਆਈਏ ਬਜਟ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਡਿਸਇਨਵੈਸਟਮੈਂਟ ਪਾਲਿਸੀ ਦੇ ਵੱਲ ਨੂੰ ਜਾਣਗੀਆਂ, ਵਿਦੇਸ਼ੀ ਨਿਵੇਸ਼ ਜਾਂ ਬਾਹਰੀ ਨਿਵੇਸ਼ ਜਿਹੜਾ ਆ, ਕਾਰਪੋਰੇਟ ਸੈਕਟਰ ਤੋਂ ਨਿਵੇਸ਼ ਜਿਹੜਾ ਆ ਉਹ ਲਿਆ ਜਾਏਗਾ ਜੀ। ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ। ਬਹੁਤ ਦਿਨਾਂ ਤੋਂ ਇਹ ਗੱਲ ਕਨਸੋ ਆ ਰਹੀ ਸੀ ਕਿ ਰੌਲਾ ਤੇ ਸ਼ਾਇਦ ਵੱਡੀਆਂ ਬੈਂਕਾਂ ਨੂੰ ਲੈ ਕੇ ਵੀ ਪਿਆ ਸੀ ਕਿ ਕੁਝ ਵੱਡੇ ਜਿਹੜੇ ਸੈਕਟਰ ਨੇ PM ਹਾਊਸ ਦੇ ਵਿੱਚ, ਜਿਹੜੇ PM ਆਫਿਸ ਜਿਹਨੂੰ ਅਸੀਂ PMO ਕਹਿੰਦੇ ਆ, ਉੱਥੋਂ ਤੋਂ ਕਨਸੋਆਂ PNB ਦਾ ਵੀ ਰੌਲਾ ਸੀ ਕਿਤੇ ਨਾ ਕਿਤੇ, ਜਾਂ ਕੁਝ ਹੋਰ ਬੈਂਕਾਂ ਦੇ ਨਾਮ ਵੀ ਸਾਹਮਣੇ ਆ ਰਹੇ ਸੀ। ਹਾਲਾਂਕਿ ਉਹ ਕੱਚੀਆਂ ਫੱਕੀਆਂ ਖਬਰਾਂ ਸੀ, ਪਰ ਖਬਰਾਂ ਪੱਕੀਆਂ ਸੀਗੀਆਂ ਕਿ ਬੈਂਕਾਂ ਜਿਹੜੀਆਂ ਉਹ ਪ੍ਰਾਈਵੇਟ ਹੋਣਗੀਆਂ। ਤੇ ਹੁਣ 4 ਬੈਂਕਾਂ ਦੇ ਨਾਮ ਆਏ ਆ, ਮਹਾਰਾਸ਼ਟਰ ਬੈਂਕ ਆ, ਇੰਡੀਅਨ ਓਵਰਸੀਜ਼ ਬੈਂਕ ਆ, ਇੱਕ ਸ਼ਾਇਦ ਸੈਂਟਰਲ ਬੈਂਕ ਆਫ ਇੰਡੀਆ ਤੇ ਇੱਕ ਬੈਂਕ ਆਫ ਇੰਡੀਆ। ਇਹਨਾਂ 'ਚੋਂ ਇੱਕ ਬੈਂਕ ਆਫ ਇੰਡੀਆ ਜਿਹੜੀ ਉਹ ਵੱਡੀ ਬੈਂਕ ਆ ਤੇ ਬਾਕੀ ਮੰਝਲੇ ਦਰਜੇ ਦੀਆਂ, ਤੇ ਮਹਾਰਾਸ਼ਟਰ ਬੈਂਕ ਸ਼ਾਇਦ ਛੋਟੀਆਂ ਬੈਂਕਾਂ 'ਚ ਸ਼ਾਮਲ ਆ।
ਪਿਛਲੇ ਸਾਲ ਵੀ ਇਹੋ ਜਿਹਾ ਕੁਝ ਹੋਇਆ ਸੀ। 23 ਬੈਂਕਾਂ ਸੀਗੀਆਂ, ਉਹਨਾਂ ਨੂੰ ਮਰਜ ਕਰਕੇ ਕੁਝ 10-11 ਬਣਾ ਲਈਆਂ ਗਈਆਂ ਸੀ ਤੇ ਹੁਣ ਬਾਅਦ ਵਿੱਚ ਇਹਨਾਂ ਦਾ ਵਿਚਾਰ ਸੀਗਾ ਕਿ ਅਸੀਂ 4 ਜਾਂ 5 ਬੈਂਕਾਂ ਹੀ ਰੱਖਣੀਆਂ ਨੇ ਜਿਹੜੀਆਂ ਵੱਡੀਆਂ ਨੇ, ਜਿਨ੍ਹਾਂ 'ਚ SBI ਆ, PNB ਆ, ਕੈਨਰਾ ਆ ਤੇ ਸ਼ਾਇਦ ਇੱਕ ਬੜੌਦਾ, ਬੈਂਕ ਆਫ ਬੜੌਦਾ। ਉਹਨਾਂ ਦੇ ਨਾਲ ਵੀ 3-3 4-4 ਬੈਂਕਾਂ ਨੂੰ ਮਰਜ ਕਰ ਦਿੱਤਾ ਗਿਆ। ਜੇ ਅਸੀਂ ਬਹੁਤ ਪਿੱਛੇ ਜਾਈਏ, 80s ਤੋਂ ਪਹਿਲਾਂ ਜਾਈਏ ਤੇ ਇੰਦਰਾ ਗਾਂਧੀ ਦੇ ਟਾਈਮ ਤੋਂ ਪਹਿਲਾਂ ਜੋ ਹਾਲਾਤ ਸੀ, ਉਦੋਂ ਸਾਰੀਆਂ ਬੈਂਕਾਂ ਪ੍ਰਾਈਵੇਟ ਹੁੰਦੀਆਂ ਸੀ। ਬਹੁਤ ਸਾਰੀਆਂ ਬੈਂਕਾਂ ਜਿਹੜੀਆਂ ਉਹ ਨੈਸ਼ਨਲਾਈਜ਼ ਬੈਂਕਾਂ ਨਹੀਂ ਸੀਗੀਆਂ, ਖਿੱਤਿਆਂ ਦੀਆਂ ਬੈਂਕਾਂ ਸੀ ਜਾਂ ਕੁਝ ਪ੍ਰਾਈਵੇਟ ਬੈਂਕਾਂ ਸੀ, ਤੇ ਉਹਨਾਂ ਨੇ ਇਹਨਾਂ ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਸੀ, ਸਾਰੀਆਂ ਬੈਂਕਾਂ ਨੂੰ ਰਾਸ਼ਟਰੀ ਬੈਂਕ ਬਣਾਤਾ ਸੀ। ਤੇ ਉਹ 40 ਸਾਲ ਬਾਅਦ ਦੌਰ ਜਿਹੜਾ ਆ ਸਮੇਂ ਨੇ ਕਰਵਟ ਲਈ ਆ ਤੇ ਹੁਣ ਪ੍ਰਾਈਵੇਟਾਈਜੇਸ਼ਨ ਵੱਲ ਤੁਰ ਪਏ ਆ। ਬੈਂਕਾਂ ਦੇ ਕੋਲ ਬਹੁਤ ਸਾਰਾ ਸਰਮਾਇਆ ਆਮ ਲੋਕਾਂ ਦਾ ਹੀ ਆ। ਜਦੋਂ ਅਸੀਂ ਰਿਸੈਸ਼ਨ ਦੀ ਗੱਲ ਕਰੀਏ, 15 ਸਾਲ ਪਹਿਲਾਂ ਜਦੋਂ ਮਾਰਕੀਟ 'ਚ ਰਿਸੈਸ਼ਨ ਦੀ ਬਹੁਤ ਰੌਲਾ ਸੀਗਾ, ਤੇ ਤੁਹਾਨੂੰ ਯਾਦ ਹੋਣਾ ਅਮਰੀਕਾ ਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਬਹੁਤ ਸਾਰੀਆਂ ਬੈਂਕਾਂ ਦੇ ਡੁੱਬਣ ਦੇ ਖਦਸ਼ੇ ਸੀ ਤੇ ਡੁੱਬੀਆਂ ਵੀ ਸੀ, ਬਹੁਤ ਸਾਰੀਆਂ ਬੈਂਕਾਂ ਖ਼ਤਮ ਹੋ ਗਈਆਂ ਸੀ। ਪਰ ਉਦੋਂ ਵੀ ਰਿਸੈਸ਼ਨ ਜ਼ਰੂਰ ਸੀਗਾ ਸਾਡੇ ਮੁਲਕ ਦੇ ਵਿੱਚ, ਪਰ ਸਾਡੇ ਜਿਹੜੀ ਸੀ ਕੋਈ ਵੀ ਬੈਂਕ ਡੁੱਬੀ ਨਹੀਂ ਸੀ। ਪਿੱਛੇ ਜਿਹਾ ਜ਼ਰੂਰ 2-3 ਬੈਂਕਾਂ ਦਾ ਰੌਲਾ ਪਿਆ, ਇੱਕ ਮਹਾਰਾਸ਼ਟਰ ਪੰਜਾਬ ਬੈਂਕ ਸੀ ਤੇ ਇੱਕ ਸ਼ਾਇਦ 1-2 ਹੋਰ ਬੈਂਕਾਂ ਦਾ ਸੀ ਪਿੱਛੇ ਜਿਹਾ, ਸ਼ਾਇਦ ਯੈਸ ਬੈਂਕ ਨਾਲ ਵੀ ਕੁਝ ਘਪਲਾ ਹੋਣ ਦੀ ਅਸਾਰ ਸੀ, ਪਰ ਕੋਈ ਵੀ ਬੈਂਕ ਹਾਲੇ ਤੱਕ ਸਾਡੇ ਦਿਵਾਲੀਆ ਨਹੀਂ ਹੋਈ ਤੇ ਡੁੱਬੀ ਨਹੀਂ। ਤੇ ਜੇ ਹੁਣ ਸਰਕਾਰ ਬੈਂਕਾਂ ਨੂੰ ਪ੍ਰਾਈਵੇਟਾਈਜ਼ ਕਰਨ ਜਾ ਰਹੀ ਆ, ਪਰ RBI ਜਿਹੜੀ ਆ ਇੱਥੇ ਜਿਹੜੀ ਆ ਬਹੁਤ ਸਟਰੋਂਗ ਤਰੀਕੇ ਨਾਲ ਬੈਠੀ ਆ, ਤੇ ਮੈਨੂੰ ਲੱਗਦਾ ਨਹੀਂ ਕਿ ਹਿੰਦੁਸਤਾਨ ਦਾ ਬੈਂਕਿੰਗ ਸਿਸਟਮ ਢਿੱਲਾ ਹੋਊਗਾ ਉਹਦੇ ਨਾਲ, ਜਿਹੜਾ ਕੋਈ ਬੈਂਕ ਡੁੱਬੇਗੀ ਜਾਂ ਆਮ ਲੋਕਾਂ ਦੇ ਪੈਸੇ ਨੂੰ ਕੋਈ ਖਤਰਾ ਹੋਵੇਗਾ। ਪਰ ਬੈਂਕਾਂ ਨੂੰ ਪ੍ਰਾਈਵੇਟ ਕਰਨ ਦੀ ਜਿਹੜੀ ਪਾਲਿਸੀ ਆ, ਉਹਦੇ ਪਿੱਛੇ ਜਿਹੜੇ ਕਾਰਨ ਆਪਾਂ ਪਹਿਲਾਂ ਡਿਸਕਸ ਕੀਤੇ ਉਹ ਉਹੀ ਨੇ ਕਿ ਇੱਕ ਤੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਬਚਣਾ ਚਾਹੁੰਦੀ ਹੈ, ਦੂਜਾ ਸਾਡੀ ਲੋਕਾਂ ਦੀ ਜਿਹੜੀ ਮਾਨਸਿਕਤਾ ਆ, ਅਕਾਊਂਟੇਬਿਲਟੀ ਜਿਹੜੀ ਆ ਉਹ ਸੈੱਟ ਨਹੀਂ ਹੈਗੀ, ਤੇ ਸਰਕਾਰ ਨੂੰ ਜ਼ਿੰਮੇਵਾਰੀਆਂ ਤੋਂ ਬਚਣ ਦੇ ਨਾਲ ਨਾਲ ਸਰਕਾਰ ਨੂੰ ਬਹੁਤ ਸਾਰੇ ਪੈਸੇ ਚਾਹੀਦੇ ਆ ਜਿਹੜੇ ਕਿ ਉਹ ਵੱਖ-ਵੱਖ ਨਾਨ ਪਲਾਨ ਐਕਸਪੈਂਡੀਚਰ ਲਈ ਵਰਤ ਸਕਣ। ਸਵਲੀਨ ਜੀ, ਤੁਸੀਂ ਹੁਣ ਦੇਖਦੇ ਆ ਕਿ ਸਰਕਾਰਾਂ ਜਿਹੜੀਆਂ ਆ, ਜਦੋਂ ਸਰਕਾਰ ਬਣਦੀ ਆ, ਪਬਲਿਕ ਵੈਲਫੇਅਰ ਦੇ ਉੱਤੇ ਉਹਨਾਂ ਦਾ ਧਿਆਨ ਸਿਰਫ ਲੋਕਾਂ ਨੂੰ ਦਿਖਾਉਣ ਲਈ ਆ। ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਧਿਆਨ ਆ ਉਸ ਦਿਨ ਤੋਂ ਹੀ ਇਸ ਗੱਲ ਤੇ ਆ ਜਾਂਦਾ ਕਿ ਅਗਲੀ ਵਾਰ ਸਰਕਾਰ ਕਿੱਦਾਂ ਬਣਾਉਣੀ। ਸਾਰੇ ਦਾ ਸਾਰਾ ਜਿਹੜਾ ਧਿਆਨ ਆ ਉਹ ਵੋਟਾਂ ਬਟੋਰਨ ਲਈ ਹੀ ਨਿਸ਼ਚਿਤ ਆ ਸਰਕਾਰ। ਜੀ ਸ਼ਰਮਾ ਜੀ, ਇਹ ਉਹੀ ਭਾਜਪਾ ਆ ਜਿਹੜੀ ਦੂਜੀ ਵਾਰੀ ਦੂਜਿਆਂ ਦੀ ਜਦੋਂ ਸੱਤਾ ਸੀ ਉਦੋਂ ਤੁਹਾਡੀਆਂ ਚੁੱਕ ਕੇ ਨਿੱਜੀਕਰਨ ਦੇ ਖਿਲਾਫ ਰੌਲਾ ਪਾਉਂਦੇ ਸੀ, ਤੇ ਹੁਣ ਆਪ ਉਹਨਾਂ ਪੂਰਨਿਆਂ ਤੇ ਹੀ ਚੱਲ ਰਹੇ ਨੇ। ਖੈਰ, ਅਸੀਂ ਗੱਲ ਕਰਦੇ ਹਾਂ ਹੁਣ ਪੱਛਮੀ ਬੰਗਾਲ ਦੀ, ਜਿੱਥੇ ਚੋਣਾਂ ਦਾ ਬਿਗਲ ਵੱਜਣ ਵਾਲਾ ਹੈ ਤੇ ਉੱਥੇ ਫੂਡ ਪੋਲਿਟਿਕਸ ਸ਼ੁਰੂ ਹੋ ਗਈ ਹੈ। ਕੀ ਆ ਇਹ ਫੂਡ ਪੋਲਿਟਿਕਸ, ਸਾਡੇ ਦਰਸ਼ਕਾਂ ਨੂੰ ਦੱਸੋ। ਤੁਹਾਡੀ ਗੱਲ ਬਿਲਕੁਲ ਸਹੀ ਆ ਜੀ ਕਿ BJP ਜਦੋਂ ਵਿਰੋਧ 'ਚ ਸੀ ਉਦੋਂ ਕੁਝ ਹੋਰ ਕਹਿੰਦੀ ਸੀ, ਤੇ ਜਦੋਂ ਹੁਣ ਸੱਤਾ 'ਚ ਨੇ ਉਦੋਂ ਕੁਝ ਹੋਰ ਕਰਦੇ ਨੇ। ਸਵਲੀਨ ਜੀ, ਇੱਥੇ ਇਕੱਲੀ BJP ਨਹੀਂ, ਇਹ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਉਹ ਇਸੇ ਤਰੀਕੇ ਦੇ ਨਾਲ ਐਕਟ ਕਰਦੀਆਂ ਨੇ। ਉਹਦੀ ਵਜ੍ਹਾ ਜਿਹੜੀ ਹੈ, ਜੇ ਆਪਾਂ ਉਹਦੇ ਪਿੱਛੇ ਝਾਤੀ ਮਾਰੀਏ ਤੇ ਅਸੀਂ ਬਹੁਤ ਵਾਰ ਜਦੋਂ ਐਨਾਲਿਸਿਸ ਕਰਦੇ ਹਾਂ ਹਿੰਦੁਸਤਾਨ ਦੀ ਪੋਲਿਟਿਕਸ ਦਾ, ਤੇ ਸਾਡੇ ਸਾਹਮਣੇ ਇੱਕ ਗੱਲ ਨਿਕਲ ਕੇ ਆਉਂਦੀ ਆ ਕਿ ਸਭ ਤੋਂ ਵੱਡੀ ਸਮੱਸਿਆਵਾਂ ਦੇ ਵਿੱਚੋਂ ਇੱਕ ਮਹਿੰਗੀਆਂ ਚੋਣਾਂ ਵੀ ਨੇ। ਇਕੱਲੇ ਹਿੰਦੁਸਤਾਨ ਦੇ ਵਿੱਚ ਨਹੀਂ, ਇਹ ਸਾਰੀ ਦੁਨੀਆ ਦਾ ਜਿਹੜਾ ਲਬੋ ਲਬਾਬ ਹੈ ਇਹੋ ਜਿਹਾ ਹੀ ਆ। ਉੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਮਹਿੰਗੀਆਂ ਚੋਣਾਂ ਦੀ, ਤੇ ਫਿਰ ਜਿਹੜੀਆਂ ਪਾਰਟੀਆਂ ਨੇ ਉਹ ਚੋਣਾਂ ਲੜਨ ਲਈ ਫੰਡ ਲੈਂਦੀਆਂ ਨੇ ਕਾਰਪੋਰੇਟਸ ਤੋਂ, ਤੇ ਫਿਰ ਉਹਨਾਂ ਨੂੰ ਪਾਲਿਸੀਆਂ ਵੀ ਤੇ ਉਹੋ ਜਿਹੀਆਂ ਬਣਾਉਣੀਆਂ ਪੈਣਗੀਆਂ ਜਿਹਦੇ ਨਾਲ ਉਹਨਾਂ ਦਾ ਜਿਹੜਾ ਕਾਰਪੋਰੇਟਸ ਦਾ ਜਿਹੜਾ ਆ ਸਿਸਟਮ ਆ ਉਹ ਪੂਰਾ ਹੁੰਦਾ ਹੋਵੇ। ਅਸੀਂ ਬੈਂਕਾਂ ਦੀ ਗੱਲ ਕੀਤੀ, ਉਹਦੇ ਨਾਲ ਨਾਲ ਅਸੀਂ ਗੱਲ ਕਰਨੀ ਸੀ ਥੋੜ੍ਹੀ ਜਿਹੀ ਬਜਟ ਦੇ ਵਿੱਚ ਹੀ ਕਿ ਇਹਨਾਂ ਨੇ ਇੰਸ਼ੋਰੈਂਸ ਸੈਕਟਰ ਦੇ ਵਿੱਚ ਵੀ ਬਹੁਤ ਸਾਰੀ ਪ੍ਰਾਈਵੇਟਾਈਜੇਸ਼ਨ ਨੂੰ ਜਿਹੜੀ ਆ ਮਾਨਤਾ ਦੇ ਦਿੱਤੀ ਆ। ਹੁਣ ਤੋਂ ਪਹਿਲਾਂ ਜੋ ਸਿਸਟਮ ਸੀਗਾ ਉਹ 49% ਤੱਕ ਇੰਸ਼ੋਰੈਂਸ ਸੈਕਟਰ ਨੂੰ ਪ੍ਰਾਈਵੇਟ ਜਿਹੜੀਆਂ ਸੀਗੀਆਂ ਬਾਹਰਲੀਆਂ ਕੰਪਨੀਆਂ, ਫੋਰਨ ਡਿਸਇਨਵੈਸਟਮੈਂਟ ਜਿਹੜੀ ਉਹ ਸੀਗੀ, ਇਸ ਵਾਰ ਲਾਗੂ ਕਰ ਦਿੱਤੀ ਆ ਉਹ 74% ਤੱਕ। ਤੇ ਜਦੋਂ ਤੁਸੀਂ ਸਮਝਦੇ ਆ ਇਸ ਗੱਲ ਨੂੰ, ਤੇ ਸਾਡੇ ਦਰਸ਼ਕ ਵੀ ਇਸ ਗੱਲ ਨੂੰ ਬਹੁਤ ਸੌਖੇ ਤਰੀਕੇ ਨਾਲ ਸਮਝ ਲੈਣਗੇ, ਜਦੋਂ 49-51 ਆ 51% ਭਾਰਤੀ ਕੰਪਨੀਆਂ, ਉਦੋਂ ਤਾਂ ਬੋਰਡ ਆਫ ਡਾਇਰੈਕਟਰ ਜਿਹੜੇ ਇੰਡੀਅਨ ਹੋਣਗੇ ਤੇ ਉਹ ਕੰਪਨੀ ਦੀ ਜਿਹੜੀ ਮਾਲਕੀ ਆ ਉਹ ਭਾਰਤ ਕੋਲ ਹੋਵੇਗੀ। ਪਰ ਹੁਣ ਜਦੋਂ ਇਹਨਾਂ ਨੇ ਉਹਦੇ ਵਿੱਚ 74% ਕਰ ਦਿੱਤਾ, ਤੇ ਫਿਰ ਉਹ ਜਿਹੜੀਆਂ ਇੰਸ਼ੋਰੈਂਸ ਇੱਥੇ ਕੰਪਨੀਆਂ ਕਰਦੀਆਂ ਨੇ ਉਹਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਕੰਪਨੀਆਂ ਦੀ ਜਿਹੜੀ ਬੋਰਡ ਆਫ ਡਾਇਰੈਕਟਰਸ ਨੇ ਉਹ ਬਾਹਰਲੇ ਹੋ ਜਾਣਗੇ। ਤੇ ਇਸੇ ਤਰ੍ਹਾਂ ਹੀ LIC ਜਿਹੜੀ ਹਿੰਦੁਸਤਾਨ ਦੀਆਂ ਬਹੁਤ ਵੱਡੀਆਂ ਕੰਪਨੀਆਂ 'ਚ ਸ਼ੁਮਾਰ ਆ, ਜਿਹਦਾ ਜਿਹੜਾ ਨੈੱਟਵਰਥ ਹੀ ਆ ਉਹ ਕਈ ਲੱਖ ਕਰੋੜ ਦਾ ਆ, ਤੇ ਉਹਦਾ ਜਿਹੜਾ ਸਾਲਾਨਾ ਟਰਨਓਵਰ ਆ ਉਹੀ ਹਿੰਦੁਸਤਾਨ ਦੀਆਂ ਕਈ ਵੱਡੀਆਂ ਕੰਪਨੀਆਂ ਨਾਲੋਂ ਜ਼ਿਆਦਾ ਆ। ਮੇਰਾ ਖਿਆਲ ਜੇ ਮੈਂ ਗਲਤ ਨਹੀਂ ਤਾਂ 3-3.5 ਲੱਖ ਕਰੋੜ ਦਾ ਉਹਦਾ 1 ਸਾਲ ਦਾ ਕਾਰੋਬਾਰ ਆ। ਉਹਦੇ ਵਿੱਚ ਵੀ ਹੁਣ IPO ਲੈ ਕੇ ਉਹਨੂੰ ਵੀ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟ ਕਰਕੇ ਬਹੁਤ ਸਾਰੇ ਪੈਸੇ ਉੱਧਰੋਂ ਵੀ ਸਰਕਾਰ ਵਟੋਰਨ ਦੇ ਨਜ਼ਰੀਏ 'ਚ ਆ। ਹਾਲਾਂਕਿ ਉਹ ਕਹਿੰਦੇ ਇਹੀ ਆ ਕਿ ਇਹਨਾਂ ਪੈਸਿਆਂ ਨੂੰ ਅਸੀਂ ਪਬਲਿਕ ਵੈਲਫੇਅਰ ਲਈ ਲਾਉਣਾ ਆ, ਪਰ ਪਬਲਿਕ ਵੈਲਫੇਅਰ ਲਈ ਸਰਕਾਰ ਜੋ ਕਰ ਰਹੀ ਉਹ ਅਸੀਂ ਬਜਟ 'ਚ ਦੇਖਿਆ ਕਿ ਸਿੱਖਿਆ ਦਾ ਬਜਟ ਵੀ ਘਟਾ ਦਿੱਤਾ,
ਤੇ ਸਿਹਤ ਦਾ ਬਜਟ ਕਹਿਣ ਨੂੰ ਤਾਂ ਵਧਾਇਆ ਆ, ਪਰ ਜੇ ਉਹਦੇ ਚੋਂ ਕਰੋਨਾ ਵਾਲਾ ਬਜਟ ਘਟਾ ਲਈਏ ਤਾਂ ਉਹ ਸਿਹਤ ਦਾ ਬਜਟ ਵੀ ਜਿਹੜਾ ਆ ਉਹ ਘਟਿਆ ਹੀ ਹੋਇਆ। ਹੁਣ ਤੁਸੀਂ ਗੱਲ ਕੀਤੀ ਆ ਫੂਡ ਪੋਲਿਟਿਕਸ ਦੀ, ਉਹ ਗੱਲ ਉੱਥੇ ਆ ਗਈ ਆ, ਫਿਰ ਉਹਦੇ ਨਾਲ ਹੀ ਜੁੜਦੀ ਆ ਕਿ ਇਹ ਸਾਰੇ ਨਾਨ ਪਲੈਨਡ ਐਕਸਪੈਂਡੀਚਰ ਨੇ, ਸਾਡੀ ਵੋਟਾਂ ਲੈਣ ਦੀ ਰਾਜਨੀਤੀ ਆ। ਅਸੀਂ ਪੰਜਾਬ ਦੇ ਵਿੱਚ ਦੇਖਿਆ ਸੀ 2 ਰੁਪਏ ਕਿਲੋ ਦਾਲ ਤੇ ਫ੍ਰੀ ਦੀ ਦਾਲ, 2 ਰੁਪਏ ਕਿਲੋ ਆਟਾ ਤੇ 4 ਰੁਪਏ ਕਿਲੋ ਦਾਲ, ਕੁਛ ਇਹੋ ਜਿਹੀ ਘਟਨਾ ਸੀ। ਇਹੋ ਜਿਹੀਆਂ ਹੀ ਘਟਨਾਵਾਂ ਅਸੀਂ ਤਾਮਿਲਨਾਡੂ 'ਚ ਵੀ ਦੇਖੀਆਂ, ਜਦੋਂ ਜੈ ਲਲਿਤਾ ਸਾੜੀਆਂ ਵੰਡਦੀ ਸੀ ਤੇ ਲੋਕ ਲਾਈਨਾਂ 'ਚ ਲੱਗ ਕੇ ਲੈਂਦੇ ਸੀ, ਭਗਦੜ ਮੱਚਦੀ ਸੀ ਤੇ ਲੋਕ ਮਰਦੇ ਸੀ। ਇਹੋ ਜਿਹੀ ਹੀ ਬਿਲਕੁਲ ਇੱਕ ਰਸੋਈ ਦੀ ਸ਼ੁਰੂਆਤ ਮਮਤਾ ਬੈਨਰਜੀ ਨੇ ਕੀਤੀ ਆ, ਮਾਂ ਕੀ ਰਸੋਈ ਸ਼ਾਇਦ ਉਹਨਾਂ ਨੇ ਦਾ ਨਾਮ ਰੱਖਿਆ। 5 ਰੁਪਏ ਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਕਿਸੇ ਨੂੰ ਫੂਡ ਦੇਵਾਂਗੇ ਜਿਹੜਾ ਜਿਹਦੀ ਕੀਮਤ 20 ਰੁਪਏ ਹੋਏਗੀ ਤੇ 15 ਰੁਪਏ ਸਰਕਾਰ ਉਹਨੂੰ ਸਹਿਣ ਕਰੂਗੀ, ਜਿਹੜੀ ਸਬਸਿਡਾਈਜ਼ਡ ਆ। ਤੇ ਇਹ ਸਬਸਿਡਾਈਜ਼ਡ ਸੈਕਟਰ ਸਾਰੀ ਦੁਨੀਆ ਦੇ ਵਿੱਚ ਹਾਲਾਂਕਿ ਹੈਗਾ, ਤੇ ਜ਼ਰੂਰੀ ਨਹੀਂ ਹੈਗਾ ਕਿ ਜੇ ਕਿਤੇ ਹੋਰ ਹੈਗਾ ਤੇ ਅਸੀਂ ਵੀ ਉਹਨੂੰ ਲੈ ਕੇ ਆਈਏ। ਅਸੀਂ ਬਹੁਤ ਵਾਰ ਇਹ ਗੱਲ ਕਰਦੇ ਹਾਂ ਕਿ ਤੁਸੀਂ ਲੋਕਾਂ ਨੂੰ ਸਬਸਿਡੀਆਂ ਦੇਣ ਦੇ ਨਾਲੋਂ ਜੇ ਤੁਸੀਂ ਉਹਨਾਂ ਨੂੰ ਰੁਜ਼ਗਾਰ ਦਿਓ ਤੇ ਜ਼ਿਆਦਾ ਚੰਗਾ, ਜੇ ਤੁਸੀਂ ਉਹਨਾਂ ਨੂੰ ਐਜੂਕੇਸ਼ਨ ਦਿਓ ਤੇ ਜ਼ਿਆਦਾ ਚੰਗਾ, ਜੇ ਤੁਸੀਂ ਉਹਨਾਂ ਨੂੰ ਚੰਗੀ ਸਿਹਤ ਦਿਓ ਤੇ ਜ਼ਿਆਦਾ ਚੰਗਾ, ਜੇ ਤੁਸੀਂ ਮੁਲਕ ਨੂੰ ਚੰਗਾ ਇਨਫਰਾਸਟ੍ਰਕਚਰ ਦਿਓ ਤੇ ਉਹ ਜ਼ਿਆਦਾ ਚੰਗੀ ਗੱਲ ਹੈ। ਜੀ ਸ਼ਰਮਾ ਜੀ, ਅਗਲਾ ਮੁੱਦਾ ਮਹਿੰਗਾਈ ਦਾ ਆ, ਜਿੱਥੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ ਇੱਕ ਪਾਸੇ, ਤੇ ਦੂਜੇ ਪਾਸੇ ਸਰਕਾਰਾਂ ਲਾਰੇ ਵੀ ਲਾਉਂਦੀਆਂ ਨੇ ਕਿ ਤੁਹਾਨੂੰ ਫ੍ਰੀ 'ਚ ਆਹ ਵੰਡਾਂਗੇ ਤੇ ਆਹ ਵੰਡਾਂਗੇ। ਵੋਟਾਂ ਜਿਹੜੀਆਂ ਉਹਨੂੰ ਵਟੋਰਨ ਦੇ ਚੱਕਰ ਦੇ ਵਿੱਚ ਇਹਨਾਂ ਦੇ ਲਾਰੇ, ਦੂਜੇ ਪਾਸੇ ਮਹਿੰਗਾਈ ਨੂੰ ਵਧਾਉਣਾ ਕਿੰਨਾ ਕੁ ਜਾਇਜ਼ ਆ, ਕਿਸ ਤਰ੍ਹਾਂ ਦੇਖਦੇ ਹੋ? ਮੈਂ ਇਹਨੂੰ ਦੂਜੇ ਪਾਸਿਓਂ ਜੇ ਦੇਖਣ ਦੀ ਗੱਲ ਸ਼ੁਰੂਆਤ ਕਰੀਏ ਤੇ ਪੰਜਾਬ ਦੇ ਜੇ ਅਸੀਂ ਅੰਦੋਲਨ ਨੂੰ ਲਈਏ, ਅਸੀਂ ਸਰ ਛੋਟੂ ਰਾਮ ਤੋਂ ਅੱਜ ਦਾ ਪ੍ਰੋਗਰਾਮ ਸ਼ੁਰੂ ਕੀਤਾ, MSP ਦੀ ਅਸੀਂ ਗੱਲ ਕੀਤੀ, ਕਿਸਾਨ ਜੋ ਉਗਾਉਂਦਾ ਆ ਉਹਨੂੰ ਉਹਦਾ ਮੁੱਲ ਨਹੀਂ ਮਿਲਦਾ, ਤੇ ਵੋਟਾਂ ਲੈਣ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਫ੍ਰੀ ਵੰਡ ਰਹੇ ਹਾਂ। ਮਹਿੰਗਾਈ ਦੀ ਜੇ ਅਸੀਂ ਗੱਲ ਕਰਦੇ ਹਾਂ ਤੇ ਸਬਸਿਡਾਈਜ਼ਡ ਸੈਕਟਰ, ਜਦੋਂ ਸਰਕਾਰ ਨੂੰ ਲੱਗਦਾ ਸੀ ਕਿ ਆਇਲ ਪੂਲ ਡੈਫੀਸ਼ੀਟ ਬਹੁਤ ਵੱਧ ਗਿਆ ਤੇ ਇਹਨਾਂ ਨੇ ਪੈਟਰੋਲ ਤੇ ਡੀਜ਼ਲ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰ ਦਿੱਤਾ। ਤੇ ਜਦੋਂ ਅਸੀਂ ਪਿਛਲੇ ਸਮੇਂ ਦੀ ਗੱਲ ਕਰਦੇ ਹਾਂ, ਮਨਮੋਹਨ ਸਿੰਘ ਸਰਕਾਰ ਦੇ ਟਾਈਮ ਤੇ ਕਰੂਡ ਆਇਲ ਦੀ ਜਿਹੜੀ ਪ੍ਰਾਈਸ ਸੀਗੀ, ਜਿਹੜਾ ਕੱਚਾ ਤੇਲ ਅਸੀਂ ਬਾਹਰੋਂ ਲੈਂਦੇ ਹਾਂ, ਉਹਦੀ ਪ੍ਰਾਈਸ ਬਹੁਤ ਜ਼ਿਆਦਾ ਵੱਧ ਗਈ ਸੀ ਤੇ ਸਰਕਾਰ ਨੂੰ ਤੇਲ ਦੀਆਂ ਰੇਟ ਵਧਾਉਣੇ ਪਏ ਸੀ। ਪਰ ਹੁਣ ਅਸੀਂ ਪਿਛਲੇ ਸਮੇਂ 'ਚ ਦੇਖਿਆ ਕਿ ਕਰੂਡ ਆਇਲ ਦੇ ਜਿਹੜੇ ਰੇਟ ਆ ਬਹੁਤ ਘਟਣ ਦੇ ਬਾਵਜੂਦ ਵੀ ਜਿਹੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਪ੍ਰਾਈਸਿਸ ਆ ਉਹ ਵੱਧਦੀਆਂ ਹੀ ਜਾ ਰਹੀਆਂ। ਤੁਹਾਨੂੰ ਯਾਦ ਹੋਣਾ ਜਦੋਂ ਮੋਦੀ ਸਾਹਿਬ ਨੇ ਪਹਿਲੀ ਵਾਰ ਸਹੁੰ ਚੁੱਕੀ ਸੀ 12 ਦੇ ਵਿੱਚ, ਤੇ ਉਦੋਂ ਇਹਨਾਂ ਨੇ ਕਿਹਾ ਸੀ ਕਿ ਮੋਦੀ ਕੀ ਕਿਸਮਤ ਹੈ ਕਿ ਦੇਸ਼ ਮੇਂ तेल जो है कच्चे तेल की कीमतें दुनिया में कम हैं। तो ਜੇ ਉਹਨਾਂ ਦੀ ਕਿਸਮਤ ਚੰਗੀ ਸੀ ਤੇ ਫਿਰ ਆਮ ਲੋਕਾਂ ਦੀ ਕਿਸਮਤ ਕਿਉਂ ਮਾੜੀ ਹੈ ਕਿ ਤੁਹਾਨੂੰ ਤੇ ਸਸਤਾ ਮਿਲ ਰਿਹਾ ਪਰ ਵੇਚ ਤੁਸੀਂ ਫਿਰ ਮਹਿੰਗਾ ਰਹੇ ਆ। ਤੇ ਉਹੋ ਹੀ ਜਿਹੜਾ ਗੈਸ ਦਾ ਸਿਲੰਡਰ ਆ, ਤੁਹਾਨੂੰ ਯਾਦ ਹੋਣਾ ਇੱਕ ਟਾਈਮ ਦੇ ਉੱਤੇ BJP ਦੇ ਲੀਡਰ ਅੱਧੇ ਨੰਗੇ ਹੋ ਕੇ ਵੀ ਸ਼ਹਿਰਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰਦੇ ਸੀ ਕਿ ਗੈਸ ਜਿਹੜੀ ਆ ਉਹਦੀ ਕੀਮਤਾਂ ਵੱਧ ਗਈਆਂ, ਤੇਲ ਦੀਆਂ ਕੀਮਤਾਂ ਵੱਧ ਗਈਆਂ, ਡੀਜ਼ਲ ਦੀਆਂ ਕੀਮਤਾਂ ਵੱਧ ਗਈਆਂ। ਤੇ ਹੁਣ ਮੈਂ ਪੰਜਾਬ ਦੇ ਅੰਦੋਲਨ ਨਾਲ ਗੱਲ ਇਸ ਕਰਕੇ ਸ਼ੁਰੂ ਕੀਤੀ ਸੀ ਕਿ ਲੋਕ ਉਸ ਗੱਲ ਲਈ ਵਿਰੋਧ ਦੇ ਵਿੱਚ ਕਿਉਂ ਨਹੀਂ ਜਾ ਰਹੇ। ਜੀ ਕੱਲ ਇੱਕ ਜਗ੍ਹਾ ਦੇ ਉੱਤੇ ਬਹੁਤ ਵੱਡੇ ਪ੍ਰਦਰਸ਼ਨ ਹੋਏ ਆ ਕਾਂਗਰਸ ਦੇ ਰਾਜ ਦੇ ਵਿੱਚ। ਸ਼ਰਮਾ ਜੀ, ਮੈਂ ਤੁਹਾਨੂੰ ਇੱਥੇ ਰੋਕਣਾ ਚਾਹੂੰਗੀ, ਅਸੀਂ ਮਹਿੰਗਾਈ ਦੇ ਮੁੱਦੇ ਤੇ ਆ ਕੇ ਗੱਲ ਕਰਦੇ ਹਾਂ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਸੀਂ ਗੱਲ ਮਹਿੰਗਾਈ ਦੀ ਕਰ ਰਹੇ ਸੀਗੇ। ਇੱਕ ਪਾਸੇ ਤਾਂ ਸਰਕਾਰ ਦੀਆਂ ਲਾਰਿਆਂ ਦੀਆਂ ਪੰਡਾਂ ਨੇ, ਦੂਜੇ ਪਾਸੇ ਅਸਮਾਨ ਨੂੰ ਛੂਹ ਰਹੀ ਹੈ ਮਹਿੰਗਾਈ। ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਜਿਹੜੀਆਂ ਕੀਮਤਾਂ ਨੇ ਇਸ ਵੇਲੇ ਅੱਗ ਲੱਗੀ ਹੋਈ ਹੈ ਉਹਨਾਂ ਨੂੰ, ਕੀ ਕਹਿਣਾ ਚਾਹੋਗੇ? ਅਸੀਂ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਕਿ ਕਰੂਡ ਆਇਲ ਦੀਆਂ ਪ੍ਰਾਈਸਿਸ ਜਿਹੜੀਆਂ ਸੀਗੀਆਂ ਉਦੋਂ ਇੰਟਰਨੈਸ਼ਨਲ ਮਾਰਕੀਟ ਨਾਲ ਜੋੜ ਕੇ ਤੇ ਇੱਧਰ ਫਾਈਨਲ ਕਰ ਦਿੱਤਾ ਸੀਗਾ ਕਿ ਕੰਪਨੀਆਂ ਜਿਹੜੀਆਂ ਆ ਉਹ ਆਟੋਨਮਸ ਬੋਡੀਜ਼ ਨੇ। ਹੁਣ ਪੈਟਰੋਲ ਡੀਜ਼ਲ ਬਣਾਉਣ ਵਾਲੀਆਂ ਕੰਪਨੀਆਂ ਜਿਹੜੀਆਂ ਜਾਂ ਵੇਚਣ ਵਾਲੀਆਂ ਕੰਪਨੀਜ਼ ਨੇ ਉਹ ਕੀਮਤਾਂ ਆਪ ਤੈਅ ਕਰਨਗੀਆਂ। ਤੇ ਅਸੀਂ ਦੇਖਦੇ ਹਾਂ ਕਿ ਰੋਜ਼ ਹੀ ਅਖਬਾਰ 'ਚ ਹੁੰਦਾ ਕਿ ਅੱਜ 30 ਪੈਸੇ ਵੱਧ ਗਿਆ, ਅੱਜ 12 ਪੈਸੇ ਵੱਧ ਗਿਆ, ਅੱਜ ਫਲਾਨਾ ਵੱਧ ਗਿਆ, ਅੱਜ ਧਮਕਾਨਾ ਵੱਧ ਗਿਆ, ਅੱਜ ਇੰਨਾ ਵੱਧ ਗਿਆ। ਤੇ ਗੈਸ ਦਾ ਜਿਹੜਾ ਸਿਲੰਡਰ ਆ ਉਹਦੇ ਤੇ ਜਿਹੜੀ ਸਬਸਿਡੀ ਸੀਗੀ ਉਹ ਬਿਲਕੁਲ ਹੁਣ ਮੇਰਾ ਖਿਆਲ ਚੁੱਕ ਲਈ ਗਈ ਆ ਤੇ ਸਿਲੰਡਰ ਦੀ ਜਿਹੜੀ ਕੀਮਤ ਹੈ ਉਹ ਬਹੁਤ ਜ਼ਿਆਦਾ ਹੋ ਗਈ ਹੈ। ਬਹੁਤ ਸਾਰੇ ਲੋਕਾਂ ਨੂੰ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ। ਜਿਹੜੇ BPL ਲੋਕ ਨੇ ਜਾਂ ਜਿਹੜੇ ਮਿਡਲ ਕਲਾਸ ਦੇ ਲੋਕ ਨੇ ਉਹਨਾਂ ਨੂੰ ਇਸ ਜਿਹੜੀ ਕੀਮਤ ਆ, ਹਾਲਾਂਕਿ ਦੇਖਣ ਨੂੰ 50 ਰੁਪਏ ਵੱਧ ਲੱਗਦੀ ਆ, ਪਰ ਉਹ ਮਹੀਨੇ 'ਚ ਜੇ ਸਿਲੰਡਰ ਤੁਹਾਡੇ ਖਪਤ 1 ਜਾਂ 2 ਹੁੰਦੀ ਆ ਤੇ ਉਹ ਜਿਹੜਾ ਤੁਹਾਡਾ ਸਾਰਾ ਬਜਟ ਆ ਉਹ ਗੜਬੜ ਜਾਂਦਾ। ਗੱਲ ਸਿਰਫ ਉਹੀ ਆ ਸਵਲੀਨ ਜੀ ਕਿ ਅਸੀਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹਦੇ 'ਚੋਂ ਪੈਸਾ ਸਰਕਾਰ ਕੱਢ ਰਹੀ ਆ ਤੇ ਉਹਨੂੰ ਲਾ ਰਹੀ ਆ, ਜਿੱਦਾਂ ਤੁਸੀਂ ਦੱਸਿਆ ਕਿ ਲਾਰਿਆਂ ਦੀਆਂ ਪੰਡਾਂ ਜਿਹੜੀਆਂ ਤੇ ਕੀਮਤਾਂ ਜਿਹੜੀਆਂ ਆ ਉਹਨਾਂ ਨੂੰ ਵੱਧਦੀਆਂ ਨੂੰ ਰੋਕਣ ਲਈ ਇਹ ਸਭ ਸਰਕਾਰ ਬਹੁਤ ਸੌਖੀਆਂ ਜੇ ਇਹ ਚੀਜ਼ਾਂ ਚਾਹੁਣ ਤੇ ਕਰ ਸਕਦੇ ਨੇ, ਪਰ ਉਹ ਕਾਰਪੋਰੇਟ ਸੈਕਟਰ ਦੇ ਇਹੋ ਜਿਹੇ ਚੱਕਰ 'ਚ ਫਸੇ ਹੋਏ ਨੇ ਕਿ ਉਹ ਜਿਹੜਾ ਆ ਉਹ ਗੱਲ ਉਹਨਾਂ ਦੀ ਸਮਝ 'ਚ ਤਾਂ ਹੈ ਪਰ ਉਹਨਾਂ ਨੂੰ ਲੱਗਦਾ ਨਹੀਂ ਕਿ ਇਹ ਚੀਜ਼ ਜਿਹੜੀ ਆ ਕਿਤੇ ਜ਼ਰੂਰੀ ਆ। ਜੇ ਤੁਸੀਂ ਪੈਟਰੋਲ ਦੀ ਗੱਲ ਕਰਦੇ ਹਾਂ ਤੇ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਕਰੂਡ ਆਇਲ ਦੀ ਪ੍ਰਾਈਸ ਜਿਹੜੀ ਆ ਇੰਟਰਨੈਸ਼ਨਲ ਮਾਰਕੀਟ 'ਚ ਉਨੀ ਨਹੀਂ ਹੈਗੀ। BJP ਦੇ ਆਪਣੇ MP ਡਾਕਟਰ ਸੁਬਰਾਮਣੀਅਮ ਸਵਾਮੀ ਨੇ ਪਿੱਛੇ ਜਿਹੇ ਇੱਕ ਦਿਨ ਟਵੀਟ ਕੀਤਾ ਸੀਗਾ ਕਿ ਬੜਾ, ਹਾਲਾਂਕਿ ਉਹ ਧਾਰਮਿਕ ਰੰਗਤ ਦੇ ਕੇ ਉਹਨਾਂ ਨੇ ਟਵੀਟ ਕੀਤਾ ਸੀਗਾ ਕਿ ਰਾਮ ਦੇ ਭਾਰਤ ਦੇ ਵਿੱਚ ਤਾਂ ਪੈਟਰੋਲ 90 ਰੁਪਏ ਆ ਤੇ
ਸੀਤਾ ਦੀ ਨੇਪਾਲ ਦੇ ਵਿੱਚ ਕੁਝ ਉਹਦਾ ਰੇਟ 50 ਰੁਪਏ ਦੇ 60 ਰੁਪਏ ਦੇ ਨੇੜੇ ਤੇੜੇ ਆ, ਤੇ ਰਾਵਣ ਦੀ ਲੰਕਾ ਦੇ ਵਿੱਚ ਉਹ 61 ਰੁਪਏ ਦੇ ਨੇੜੇ ਤੇੜੇ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਸਰਕਾਰ ਉਹਨਾਂ ਪੈਸੇ ਨੂੰ ਕਿੱਥੇ ਲੈ ਕੇ ਜਾ ਰਹੀ ਆ, ਕਿੱਥੇ ਇਨਵੈਸਟ ਕਰ ਰਹੀ ਆ, ਕਿੱਥੇ ਡੀ ਇਨਵੈਸਟ ਕਰ ਰਹੀ ਆ, ਉਹ ਤਾਂ ਮਿਨਿਸਟਰੀ ਆਫ ਫਾਈਨਾਂਸ ਦੱਸ ਸਕਦੀ ਆ। ਪਰ ਆਮ ਲੋਕਾਂ ਦਾ ਜਿਹੜਾ ਹਾਲਾਤ ਆ ਜਾਂ ਜਿਹੜਾ ਉਹਨਾਂ ਦਾ ਜੀਵਨ ਦਾ ਪੱਧਰ ਆ, ਉਹ ਉਸ ਰੋਟੀ ਨੂੰ ਕਮਾਉਣ ਦੇ ਚੱਕਰ ਦੇ ਵਿੱਚ ਫਸੇ ਹੋਏ ਨੇ। ਬਹੁਤ ਸਾਰੀਆਂ ਸਰਕਾਰ ਇਹੋ ਜਿਹੀਆਂ ਸਕੀਮਾਂ ਚਲਾਉਂਦੀ, ਜਿੱਦਾਂ ਆਪਾਂ ਉਜਵਲਾ ਯੋਜਨਾ ਦੀ ਗੱਲ ਕੀਤੀ ਸੀ, ਤੇ ਜਦੋਂ ਉਹਦੇ ਰਿਜ਼ਲਟ ਕੱਢ ਕੇ ਦੇਖਿਆ ਕਿ ਪਹਿਲਾ ਸਿਲੰਡਰ ਤੇ ਉਹਨਾਂ ਨੇ ਵਰਤ ਲਿਆ ਤੇ ਮੁੜ ਕੇ ਫਿਰ ਅਗਲੀ ਵਾਰ ਲੈ ਕੇ ਜਾਣ ਲਈ ਉਹਨਾਂ ਕੋਲ ਪੈਸੇ ਨਹੀਂ ਸੀ। ਬਹੁਤ ਵਿਕਟ ਸਥਿਤੀ ਹੋਈ ਪਈ ਆ। ਪਰ ਉਸ ਤੋਂ ਵੀ ਜ਼ਿਆਦਾ ਜਿਹੜੀ ਮੈਨੂੰ ਗੱਲ ਚੁੱਭਦੀ ਆ ਸਵਲੀਨ ਜੀ, ਉਹ ਥੋੜ੍ਹੀ ਜਿਹੀ ਇਹ ਆ ਕਿ ਲੋਕ ਇਸ ਗੱਲ ਦੇ ਖਿਲਾਫ ਕਿਉਂ ਨਹੀਂ ਬੋਲਦੇ ਜੀ। 6 ਮਹੀਨੇ ਹੋ ਗਏ, 7 ਮਹੀਨੇ ਹੋ ਗਏ, 8 ਮਹੀਨੇ ਹੋ ਗਏ ਕਿਸਾਨ ਅੰਦੋਲਨ ਚੱਲ ਰਿਹਾ। ਹਾਲਾਂਕਿ ਅਸੀਂ ਪੰਜਾਬੀ ਬਹੁਤ ਕਹਿੰਦੇ ਹਾਂ ਕਿ ਬਹੁਤ ਵੱਡਾ ਅੰਦੋਲਨ ਹੋ ਗਿਆ, ਬਹੁਤ ਵੱਡਾ ਅੰਦੋਲਨ ਹੋ ਗਿਆ, ਬਹੁਤ ਲੋਕ ਉਹਦੇ 'ਚ ਸ਼ਾਮਿਲ ਨੇ। ਮੈਂ ਇਹਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਬਹੁਤ ਲੋਕ ਸ਼ਾਮਿਲ ਨੇ, ਪਰ ਕਿੰਨੇ ਕੁ ਲੋਕ ਸ਼ਾਮਿਲ ਨੇ? ਕਿੰਨੇ ਕੁ ਲੋਕਾਂ ਨੂੰ ਇਸ ਗੱਲ ਨਾਲ ਫਰਕ ਪਿਆ ਕਿ ਉੱਥੇ ਜਿਹੜੇ ਆ ਕਿਸਾਨ ਜਿਹੜੇ ਬੈਠੇ ਨੇ? ਹਾਲਾਂਕਿ ਅਸੀਂ ਬਹੁਤ ਗੱਲ ਕਰਦੇ ਹਾਂ ਕਿ ਵਕੀਲ ਵੀ ਉਹਦੇ 'ਚ ਸ਼ਾਮਿਲ ਨੇ, ਟੀਚਰ ਵੀ ਉਹਦੇ 'ਚ ਸ਼ਾਮਿਲ ਨੇ, ਦੁਕਾਨਦਾਰ ਭਾਈਚਾਰਾ ਵੀ ਹੈਗਾ ਆ, ਵਪਾਰੀ ਵੀ ਨੇ, ਆੜ੍ਹਤੀਏ ਵੀ ਨੇ, ਮਜ਼ਦੂਰ ਵੀ ਨੇ, ਦਲਿਤ ਵੀ ਨੇ, ਸਿੱਖ ਵੀ ਨੇ, ਸਾਰੀਆਂ ਜਾਤਾਂ ਨਾਲ ਵੀ ਸ਼ਾਮਿਲ ਨੇ। ਪਰ ਮੈਨੂੰ ਇੱਦਾਂ ਲੱਗਦਾ ਕਿ ਇਹ ਜਿਹੜਾ ਅੰਦੋਲਨ ਆ ਇਹਦੇ ਵਿੱਚ ਹਾਲੇ ਵੀ ਥੋੜ੍ਹੀ ਜਿਹੀ ਕਮੀ ਹੈਗੀ ਆ। ਇਹ ਹੋਰ ਭਖਣਾ ਚਾਹੀਦਾ ਜੇ ਤੁਸੀਂ ਇਹਨਾਂ ਮੁੱਦਿਆਂ 'ਤੇ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਤਾਂ। ਜੀ ਬਹੁਤ ਵੱਡੀ ਗਿਣਤੀ ਆ ਸਾਡੇ ਦੇਸ਼ ਦੇ ਵਿੱਚ ਲੋਕਾਂ ਦੀ, 150 ਕਰੋੜ ਦੀ ਆਬਾਦੀ ਦੇ ਨੇੜੇ ਤੇੜੇ ਅਸੀਂ ਪਹੁੰਚ ਗਏ ਹਾਂ, ਕਿਉਂਕਿ 10 ਸਾਲ ਹੋ ਗਏ ਜਨਗਣਨਾ ਤੇ ਹੋਈ ਨਹੀਂ। ਅਸੀਂ ਪਿਛਲੇ ਦੇ ਹਿਸਾਬ ਨਾਲ ਹੀ 130-32 ਦੱਸੀ ਜਾਂਦੇ ਹਾਂ। ਜਦੋਂ ਅਸੀਂ ਇਹਦੀ ਕੈਲਕੂਲੇਸ਼ਨ ਕਰਾਂਗੇ ਫਿਰ ਪਤਾ ਲੱਗੂਗਾ। ਜੇ 150 ਨਹੀਂ ਤਾਂ 140 ਕਰੋੜ ਤਾਂ ਹੈ ਹੀ। 3 ਕਰੋੜ ਦੇ ਨੇੜੇ ਤੇੜੇ ਪੰਜਾਬ ਦੀ ਆਬਾਦੀ ਆ। 5 ਲੱਖ ਬੰਦਾ ਅੰਦੋਲਨ 'ਚ ਆ। ਪਰ ਸਰਕਾਰ ਨੂੰ ਜਗਾਉਣ ਲਈ ਹੋਰ ਤੇਜ਼ ਲੋਕਾਂ ਨੂੰ ਇਹਦੇ ਬਾਰੇ ਬੋਲਣਾ ਚਾਹੀਦਾ। ਕਾਂਗਰਸ, ਮੈਂ ਪਹਿਲਾਂ ਵੀ ਆਪਣੇ ਬਹੁਤ ਪ੍ਰੋਗਰਾਮਾਂ 'ਚ ਗੱਲ ਕਰਦਾ ਕਿ ਲੋਕਤੰਤਰ ਦੇ ਵਿੱਚ ਮਜ਼ਬੂਤ ਵਿਰੋਧੀ ਧਿਰ ਦੀ ਭਾਵਨਾ ਜਿਹੜੀ ਆ ਉਹ ਨਹੀਂ ਦਿਖ ਰਹੀ। ਕਿਸੇ ਵੀ ਪਾਰਟੀ ਦੇ ਕੋਲ ਇਹ ਜਿਹੜਾ ਏਜੰਡਾ ਆ ਉਹ ਨਹੀਂ ਹੈ, ਤੇ ਜਾਂ ਨਾ ਹੀ ਉਹ ਇਸ ਏਜੰਡੇ ਨੂੰ ਆਮ ਲੋਕਾਂ ਤੱਕ ਲੈ ਕੇ ਆਉਣ 'ਚ ਸਫਲ ਹੋਇਆ, ਤੇ ਨਾ ਹੀ ਸਾਡੇ ਆਮ ਲੋਕ ਜਿਹੜੇ ਆ ਉਹਨਾਂ ਦੀ ਸਹਿਣਸ਼ੀਲਤਾ ਬਹੁਤ ਵੱਧ ਗਈ ਆ। ਕਿਸੇ ਵੀ ਗੱਲ ਨੂੰ ਲੈ ਕੇ ਅਸੀਂ ਚੁੱਪ-ਚਾਪ ਜਰੀ ਜਾਂਦੇ ਹਾਂ। ਕਿੰਨੇ ਘੱਟ ਰੇਟ 'ਤੇ ਤੇਲ ਜਿਹੜਾ ਆ ਉਹ ਮਿਲ ਰਿਹਾ ਤੇ ਕਿਸ ਰੇਟ 'ਤੇ ਸਰਕਾਰ ਉਹਨੂੰ ਵੇਚ ਰਹੀ ਆ। ਦੇਖੋ, ਉਹਦੇ 'ਚ ਸਿਰਫ ਔਰ ਸਿਰਫ ਅਸੀਂ ਬੀਜੇਪੀ ਸਰਕਾਰ ਨੂੰ ਦੋਸ਼ੀ ਨਹੀਂ ਸਮਝ ਸਕਦੇ। ਸਾਡੇ ਪੰਜਾਬ ਦੀ ਜਿਹੜੀ ਸਰਕਾਰ ਆ, ਜਿਹੜੀ ਸਾਡੀ ਗਵਰਨਮੈਂਟ ਆ, ਕਿਸੇ ਹੋਰ ਪਾਰਟੀ ਦੀ ਆ, ਇਹ ਵੀ ਤਾਂ ਉਹ ਤੋਂ ਉਨਾ ਹੀ ਟੈਕਸ ਕਲੈਕਟ ਕਰਦੇ ਆ ਜੀ। ਤੇ ਇਹ ਵੀ ਤੇ ਉਹੀ ਜਿਹੜੀ ਕਣਕ ਆ ਤੇ ਉਹਦੇ 'ਤੇ ਬਾਕੀ ਸਾਰੀਆਂ ਚੀਜ਼ਾਂ 'ਤੇ ਉਹੀ ਟੈਕਸ ਲਾਉਂਦੇ ਆ ਤੇ ਉਸੇ ਰੇਟ ਨਾਲ ਵੇਚ ਰਹੇ ਆ। ਸਰਕਾਰਾਂ ਜਿਹੜੀਆਂ ਆ ਉਹ ਬਹੁਤ ਸਾਰੇ ਕੰਮ ਕਰ ਸਕਦੀਆਂ ਆ, ਪਰ ਉਹ ਲੋਕਾਂ ਦੀ ਜਿਹੜੀ ਸਹਿਣਸ਼ੀਲਤਾ ਆ, ਚੁੱਪ-ਚਾਪ ਅਸੀਂ ਕਿਸੇ ਗੱਲ ਨੂੰ ਸਹੀ ਜਾਂਦੇ ਆ ਤੇ ਉਹਦੇ ਵਿੱਚ ਵੀ ਅਸੀਂ ਵੀ ਦੋਸ਼ੀ ਹਾਂ ਜੀ। ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਜਿੰਨਾ ਜੁਰਮ ਕਰਨਾ ਜੁਰਮ ਆ ਤੇ ਜੁਰਮ ਨੂੰ ਸਹਿਣਾ ਵੀ ਪਾਪ ਆ ਜੀ। ਤੁਹਾਨੂੰ ਯਾਦ ਆ, ਅਸੀਂ ਕਈ ਵਾਰ ਇੱਕ ਕਹਾਣੀ ਦੀ ਜ਼ਿਕਰ ਕਰਦੇ ਹਾਂ ਕਿ ਇੱਕ ਬੜਾ ਕਰੂਰ ਰਾਜਾ ਸੀ ਤੇ ਉਹਨੇ ਇੱਕ ਟੈਕਸ ਲਾ ਦਿੱਤਾ ਕਿ ਇੱਥੋਂ ਲੰਘਣ ਵਾਲੇ ਲੋਕਾਂ ਨੂੰ 2 ਕੋੜੇ ਮਾਰੇ ਜਾਇਆ ਕਰਨਗੇ। ਤੇ ਰਸਤਾ ਥੋੜ੍ਹਾ ਸੀ ਤੇ ਬੰਦੇ ਆਉਂਦੇ ਸੀ ਤੇ 2-2 ਕੋੜੇ ਖਾ ਕੇ ਲੰਘੀ ਜਾਂਦੇ ਸੀ। ਹਰ ਇੱਕ ਬੰਦੇ ਨੂੰ ਉੱਥੋਂ ਲੰਘਣਾ ਪੈਂਦਾ ਸੀ ਸ਼ਹਿਰ 'ਚੋਂ, ਤੇ ਉਹਦੇ 2 ਕੋੜੇ ਮਾਰੇ ਜਾਂਦੇ ਸੀ। ਉਹਨੇ ਦੇਖਿਆ ਕਿ ਯਾਰ ਲੋਕ ਤੇ ਖਿਲਾਫ ਬੋਲਦਾ ਹੀ ਕੋਈ ਨਹੀਂ, ਸੱਚ ਦੇ ਸਾਹਮਣੇ ਆਉਂਦਾ ਹੀ ਕੋਈ ਨਹੀਂ। ਉਹਨੇ ਉੱਥੇ ਇੱਕ ਸ਼ਿਕਾਇਤ ਪੇਟੀ ਲਾਈ ਤੇ ਉਹ ਦੇਖਿਆ ਕਿ ਜੇ ਕਿਸੇ ਨੂੰ ਇੱਥੋਂ ਕੋਈ ਸਿਸਟਮ ਤੋਂ ਕੋਈ ਪਾਬੰਦੀ ਆ, ਕੋਈ ਪ੍ਰੋਬਲਮ ਆ, ਤੇ ਇਹਦੇ 'ਚੋਂ ਕੋਈ ਸ਼ਿਕਾਇਤ ਪਾਈ। ਸਵਲੀਨ ਜੀ, ਉਹ ਕਹਾਣੀ ਦੱਸਦੀ ਆ ਕਿ ਕੁਝ ਦਿਨਾਂ ਬਾਅਦ ਇੱਕ ਸ਼ਿਕਾਇਤ ਮਿਲੀ ਤੇ ਉਹ ਬੜਾ ਖੁਸ਼ ਹੋਇਆ ਕਿ ਸ਼ਿਕਾਇਤ ਨੂੰ ਪੜ੍ਹ ਕੇ ਸ਼ਾਇਦ ਕੋਈ ਬੋਲਿਆ ਹੋਵੇ ਜੀ। ਤੇ ਉਹ ਸ਼ਿਕਾਇਤ ਸਾਡੇ ਵਰਗੇ ਕਿਸੇ ਸਿਆਣੇ ਨੇ ਕੀਤੀ ਸੀ ਕਿ ਜਿਹੜੇ ਕੋੜੇ ਮਾਰਨ ਦੀ ਸਜ਼ਾ ਤਾਂ ਠੀਕ ਆ, ਪਰ ਇੱਥੇ ਕੋੜੇ ਮਾਰਨ ਵਾਲੇ ਬੰਦੇ ਥੋੜ੍ਹੇ ਆ, ਲਾਈਨ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਬੰਦੇ ਹੋਰ ਲਾਏ ਜਾਣ ਜੀ। ਸੋ ਹੁਣ ਇਹ ਕਹਾਣੀ ਇਸ ਗੱਲ ਦੀ ਸੰਕੇਤ ਦਿੰਦੀ ਆ ਕਿ ਸਾਡੀ ਸਹਿਣਸ਼ੀਲਤਾ ਵੱਧ ਗਈ ਹੈ। ਅਸੀਂ ਇੱਕ ਵਾਰ ਵੋਟਾਂ ਪਾ ਕੇ 5 ਸਾਲ ਲਈ ਸਰਕਾਰ ਬਣਾ ਦਿੰਦੇ ਹਾਂ, ਉਹ 4 ਸਾਲ ਸਾਡੇ 'ਤੇ ਬੈਠ ਕੇ ਅੱਡੀਆਂ ਮਾਰ ਕੇ ਸਾਡੀ ਸਵਾਰੀ ਕਰਦੇ ਆ, ਤੇ 5ਵੇਂ ਸਾਲ ਸਾਨੂੰ ਕੁਝ ਦੱਸਿਆ ਕਿ ਲਾਰਾਂ ਦੀਆਂ ਪੜ੍ਹਨਾਂ ਦੇ ਦਿੰਦੇ ਨੇ, ਤੇ ਹਾਲ ਸਾਡੇ ਉਹੀ ਨੇ। ਸਾਨੂੰ ਸਾਰਾ ਕੁਝ ਭੁੱਲ ਜਾਂਦਾ। ਬਿਲਕੁਲ। ਸ਼ਰਮਾ ਜੀ, ਤੁਸੀਂ ਬਜਟ ਦੀ ਗੱਲ ਕਰ ਰਹੇ ਸੀ ਥੋੜੀ ਦੇਰ ਪਹਿਲਾਂ, ਤੇ ਬਜਟ ਦੇ ਵਿੱਚ ਇੱਕ ਸਕ੍ਰੈਪ ਪਾਲਿਸੀ ਦਾ ਵੀ ਜ਼ਿਕਰ ਸੀਗਾ। ਕੀ ਆ ਉਹ ਸਕ੍ਰੈਪ ਪਾਲਿਸੀ? ਰਾਸ਼ਟਰੀ ਕਬਾੜ ਨੀਤੀ ਜੀ, ਇਹਦਾ ਇਹਨਾਂ ਨੇ ਨਾਮ ਰੱਖਿਆ ਸੀ। ਬਜਟ ਦੇ ਵਿੱਚ ਆਈ ਸੀ ਸਕ੍ਰੈਪ ਪਾਲਿਸੀ। ਸਕ੍ਰੈਪ ਪਾਲਿਸੀ ਬਹੁਤ ਦੇਰ ਤੋਂ ਜਿਹੜੇ ਸਾਡੇ ਰੋਡ ਤੇ ਟਰਾਂਸਪੋਰਟ ਮਿਨਿਸਟਰ ਨਿਤਨ ਗਡਕਰੀ ਨੇ, ਉਹਨਾਂ ਦਾ ਇਹ ਸੋਚਿਆ ਹੋਇਆ ਪ੍ਰੋਜੈਕਟ ਹੈ। ਇਹ ਤੋਂ ਪਹਿਲਾਂ ਵੀ ਇਹ 'ਤੇ ਬਹੁਤ ਵਾਰ ਗੱਲ ਹੋ ਚੁੱਕੀ ਆ, ਕੰਮ ਇਹਦੇ 'ਤੇ ਹੋ ਰਿਹਾ ਆ, ਤੇ ਬਜਟ ਦੇ ਵਿੱਚ ਵੀ ਗੱਲ ਹੋਈ ਸੀ। ਉਹਨਾਂ ਨੇ ਕਿਹਾ ਸੀਗਾ ਕਿ ਮਹੀਨੇ ਦੇ ਅੰਦਰ ਆਪਾਂ ਇਹਨੂੰ ਦੱਸ ਦਿਆਂਗੇ, ਪਰ ਹਾਲੇ ਵੀ ਉਹਦੇ 'ਤੇ ਬਹੁਤ ਸਾਰੀਆਂ ਖਬਰਾਂ ਉਹਦੇ 'ਤੇ ਆ ਰਹੀਆਂ, ਪਰ ਹਾਲੇ ਸਾਰੀ ਦੀ ਸਾਰੀ ਪਾਲਿਸੀ ਸਾਹਮਣੇ ਨਹੀਂ ਆਈ। ਪਰ ਜਿਵੇਂ ਆਈ ਆ, ਉਹਦੇ ਤੋਂ ਇਹ ਦੱਸਿਆ ਜਾ ਰਿਹਾ ਕਿ ਸੜਕਾਂ ਤੋਂ ਪੁਰਾਣੀਆਂ ਕਾਰਾਂ ਨੂੰ ਹਟਾਉਣ ਲਈ ਇਹ ਜਿਹੜੀ ਪਾਲਿਸੀ ਉਹ ਸਾਹਮਣੇ ਲਿਆਂਦੀ ਜਾ ਰਹੀ ਹੈ। ਤੇ ਇਹਦੇ ਨਾਲ ਇਹਨਾਂ ਨੇ ਜਿਹੜੀ ਤੈਅ ਕਰਨੀ ਆ ਉਹ ਗੱਲ ਇਹ ਆ ਕਿ ਜਿਹੜੀ ਕਮਰਸ਼ੀਅਲ ਗੱਡੀ ਆ, ਜਿਹੜੀ ਤੁਹਾਡੀ ਵਪਾਰਕ ਵਰਤੋਂ ਲਈ ਤੁਸੀਂ ਗੱਡੀ ਯੂਜ਼ ਕਰਦੇ ਹੋ, ਉਹਦੀ ਉਮਰ 15 ਸਾਲ, ਤੇ ਜਿਹੜੀ ਨਿੱਜੀ ਵਰਤੋਂ ਦੀ ਗੱਡੀ ਜਿਹੜੀਆਂ ਤੁਸੀਂ ਮੈਂ ਕਾਰ ਚਲਾਉਂਦੇ ਆ ਜਾਂ ਸਾਡੇ ਆਮ ਲੋਕ ਵਰਤਦੇ ਨੇ, ਉਹਦੀ ਉਮਰ 20 ਸਾਲ ਆ। ਉਸ ਤੋਂ ਬਾਅਦ ਉਸ ਗੱਡੀ ਨੂੰ ਸਕ੍ਰੈਪ ਕਰਨ ਦੀ ਯੋਜਨਾ ਹੈ। ਹਾਲਾਂਕਿ ਉਹ
ਧੱਕੇ ਨਾਲ ਨਹੀਂ ਕੀਤਾ ਜਾਊਗਾ, ਫੋਰਸਫੁਲੀ ਸਕ੍ਰੈਪ ਨਹੀਂ ਕਰਨਗੇ ਉਹ। ਜੇ ਤੁਸੀਂ ਉਸ ਗੱਡੀ ਨੂੰ ਅੱਗੇ ਚਲਾਉਣਾ ਚਾਹੋਗੇ ਤਾਂ ਉਹਦੇ 'ਤੇ ਜਿਹੜਾ ਟੈਕਸ ਆ ਉਹ ਵੱਧ ਜਾਊਗਾ। ਸੋ ਕੁੱਲ ਮਿਲਾ ਕੇ ਜੇ ਇਸ ਪਾਲਿਸੀ ਨੂੰ ਦੇਖੀਏ ਤਾਂ ਇਹ ਸਿਰਫ ਔਰ ਸਿਰਫ ਲੋਕਾਂ ਤੋਂ ਵੱਧ ਟੈਕਸ ਲੈਣ ਦੀ ਪਾਲਿਸੀ ਹੀ ਹੈ। ਹਾਲਾਂਕਿ ਇਹਨੂੰ ਦਿਖਾਇਆ ਕਿਸੇ ਹੋਰ ਤਰੀਕੇ ਨਾਲ ਵੀ ਜਾ ਰਿਹਾ, ਇਹਦੇ 'ਚ ਬਹੁਤ ਸਾਰੀਆਂ ਹੋਰ ਗੱਲਾਂ ਸ਼ਾਮਲ ਕੀਤੀਆਂ ਗਈਆਂ। ਅਤੇ ਇਹਦੇ 'ਤੇ ਜਿਹੜਾ ਟੈਕਸ ਆ ਉਹ 20 ਤੋਂ 35% ਤੱਕ ਲਿਆ ਜਾਊਗਾ। ਪਹਿਲਾਂ ਤਾਂ ਤੁਸੀਂ ਗੱਡੀ ਲੈਂਦੇ ਆ ਅਤੇ ਤੁਸੀਂ ਉਹਦੀ ਇੱਕ RC ਬਣਾਉਂਦੇ ਆ, ਰਜਿਸਟ੍ਰੇਸ਼ਨ ਸਰਟੀਫਿਕੇਟ ਉਹਦਾ ਲੈਂਦੇ ਆ, ਅਤੇ ਅਸੀਂ ਇੱਕ ਬਣਦਾ ਟੈਕਸ ਜਿਹੜਾ ਉਹ ਦੇ ਦਿੰਦੇ ਆ ਉਹਦੀ ਕੀਮਤ ਦਾ, ਕਿ ਅਸੀਂ ਉਹਨੂੰ ਸੜਕ 'ਤੇ ਚਲਾਉਣਾ ਹੈ ਅਤੇ ਉਹਦੇ ਲਈ ਆ। ਉਸ ਤੋਂ ਬਾਅਦ ਜਦੋਂ ਵੀ ਅਸੀਂ ਪੈਟਰੋਲ ਪਵਾਉਂਦੇ ਹਾਂ ਅਤੇ ਉਹਦੇ ਲਈ ਅਸੀਂ ਟੈਕਸ ਦਿੰਦੇ ਹਾਂ, ਉਹ ਵੱਖਰਾ ਹੋ ਗਿਆ। ਜਿਸ ਸੜਕ 'ਤੇ ਅਸੀਂ ਉਸ ਕਾਰ ਨੂੰ ਚਲਾਉਂਦੇ ਹਾਂ ਉਹਦੇ 'ਤੇ ਅਸੀਂ ਇੱਕ ਟੋਲ ਟੈਕਸ ਦਿੰਦੇ ਹਾਂ, ਉਹ ਵੱਖਰਾ ਹੋ ਗਿਆ। ਹੁਣ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਟੈਕਸ ਲਾਇਆ ਜਾਊਗਾ ਕਿ ਜੇ ਤੁਹਾਡੀ ਗੱਡੀ 20 ਸਾਲ ਤੋਂ ਪੁਰਾਣੀ ਆ, ਜਾਂ ਤਾਂ ਇਹਨੂੰ ਸਕ੍ਰੈਪ ਕਰਵਾ ਦਿਓ, ਖ਼ਤਮ ਕਰ ਲਓ, ਅਤੇ ਨਹੀਂ ਅਤੇ ਤੁਸੀਂ ਇਹਦੀ ਰੋਡ ਟੈਕਸ ਦਾ ਅੱਗੇ ਤੋਂ 20 ਤੋਂ 35% ਤੁਸੀਂ ਟੈਕਸ ਹੋਰ ਦਿਓ। ਨਹੀਂ ਅਤੇ ਉਹਦੇ ਲਈ ਦੋ ਚੀਜ਼ਾਂ ਉਹਦੇ 'ਤੇ ਚੰਗੀਆਂ ਜਿਹੜੀਆਂ ਹੈਗੀਆਂ, ਉਹਦੇ ਇੱਕ ਤਾਂ ਸਕ੍ਰੈਪ ਸੈਂਟਰ ਬਣਾਉਣਗੇ। ਹਰ ਜ਼ਿਲ੍ਹੇ ਲੈਵਲ 'ਤੇ ਸਕ੍ਰੈਪ ਸੈਂਟਰ ਬਣਾਉਣ ਦੀ ਤਿਆਰੀ ਆ। ਵੱਡੀਆਂ ਫਰਮਾਂ ਜਗ੍ਹਾ ਲੈ ਕੇ ਅਤੇ ਉੱਥੇ ਕਬਾੜ ਸੈਂਟਰ ਬਣਾਉਣਗੇ, ਜਿੱਥੇ ਤੁਸੀਂ ਆਪਣੀ ਗੱਡੀ ਦੇ ਕੇ ਆਓਗੇ ਅਤੇ ਉਹਨੂੰ ਸਕ੍ਰੈਪ ਕਰਨਗੇ। ਇੱਕ ਫਿਟਨੈਸ ਟੈਸਟ ਸੈਂਟਰ ਬਣਾਉਣ ਦੀ ਗੱਲ ਆ ਕਿ ਜਿਹੜੀ ਗੱਡੀ ਦੀ ਉਮਰ 20 ਸਾਲ ਹੋ ਜਾਊਗੀ, ਉਹ ਅਗਲੇ ਸਾਲ ਚਲਾਉਣੀ ਆ ਕਿ ਨਹੀਂ ਚਲਾਉਣੀ, ਉਹਦੇ ਲਈ ਉਹਨੂੰ ਫਿਟਨੈਸ ਟੈਸਟ ਸੈਂਟਰ ਲਿਜਾਣਾ ਪਏਗਾ। ਉੱਥੇ ਉਹਦੀ ਜਾਂਚ ਪੜਤਾਲ ਹੋਏਗੀ ਕਿ ਉਹਦੇ ਸਾਰੇ ਜਿਹੜੇ ਕਿੱਲ ਪੁਰਜੇ ਨੇ, ਸਾਰੇ ਉਹਦੇ ਯੰਤਰ ਨੇ, ਉਹ ਠੀਕ ਚੱਲ ਰਹੇ ਨੇ। ਜੇ ਨਹੀਂ ਠੀਕ ਚੱਲ ਰਿਹਾ ਤਾਂ ਠੀਕ ਕਰਵਾਏ ਜਾਣਗੇ। ਉਸ ਤੋਂ ਬਾਅਦ ਉਹਦੇ 'ਤੇ ਬਣਦਾ ਟੈਕਸ ਲਿਆ ਜਾਊਗਾ ਅਤੇ ਫਿਰ ਹੀ ਉਹ ਗੱਡੀ ਸੜਕ 'ਤੇ ਚੱਲੂਗੀ, ਨਹੀਂ ਤਾਂ ਉਹ ਗੱਡੀ ਜਿਹੜੀ ਆ ਸਕ੍ਰੈਪ ਹੋ ਜਾਊਗੀ। ਅਤੇ ਇਹਦੇ 'ਤੇ ਹੋਰ ਵੀ ਇੱਕ ਗੱਲ ਆ, ਇਹਨੂੰ ਗ੍ਰੀਨ ਟੈਕਸ ਕਿਹਾ ਜਾ ਰਿਹਾ। ਜਿਹੜੇ ਵੱਡੇ ਸ਼ਹਿਰ ਨੇ, ਜਿਹਨਾਂ ਨੂੰ ਆਪਾਂ ਮੈਟਰੋਪੋਲੀਟਨਸ ਕਹਿੰਦੇ ਆ, ਉੱਥੇ ਇਹਨਾਂ ਗੱਡੀਆਂ ਨੂੰ ਚਲਾਉਣ ਲਈ ਰੋਡ ਟੈਕਸ ਦਾ 50% ਤੱਕ ਟੈਕਸ ਦਿੱਤਾ ਜਾਊਗਾ। ਤਾਂ ਕੁੱਲ ਮਿਲਾ ਕੇ ਜਿਹੜੀ ਆਪਾਂ ਗੱਲ ਕੀਤੀ, ਉਹ ਟੈਕਸ ਜਿਹੜਾ ਆ ਉਹ ਜ਼ਿਆਦਾ ਇਹਨਾਂ ਗੱਡੀਆਂ 'ਤੇ ਇੰਪੋਜ਼ ਕੀਤਾ ਜਾਊਗਾ। ਅਤੇ ਜਿਹੜੀ ਤੁਹਾਡੀ ਸਿਆਮ ਆ, ਜਿਹੜੀ ਸਾਡੀ ਹਿੰਦੁਸਤਾਨ ਦੀ ਇੱਕ ਬੋਡੀ ਆ ਕਾਰਾਂ ਵਾਲੀ, ਜਿਹੜੀ ਬਣਾਉਣ ਵਾਲੀ ਆਟੋਮੋਬਾਈਲ ਮੈਨੂਫੈਕਚਰਰ ਜਿਹੜੇ ਯੂਨਿਟ ਹੈ, ਉਹਨਾਂ ਨੇ ਇਸ ਪਾਲਿਸੀ ਦਾ ਬਹੁਤ ਸਵਾਗਤ ਕੀਤਾ। ਟਾਟਾ ਦਾ ਵੀ ਇੱਕ ਪਿੱਛੇ ਜਿਹਾ ਬਿਆਨ ਆਇਆ ਸੀ, ਉਹਨਾਂ ਨੇ ਕਿਹਾ ਸੀ ਕਿ ਇਸ ਪਾਲਿਸੀ ਦੇ ਬਣਨ ਨਾਲ ਸਾਨੂੰ ਜਿਹੜਾ ਸਟੀਲ ਆ ਉਹ ਜ਼ਿਆਦਾ ਮਿਲਣ ਲੱਗ ਜਾਊਗਾ। ਅਤੇ ਅਸੀਂ ਇਹ ਵੀ ਦੇਖਿਆ ਕਿ ਬਹੁਤ ਸਾਰੀਆਂ ਕਾਰਾਂ ਸਾਡੇ ਸੜਕਾਂ 'ਤੇ ਇਹੋ ਜਿਹੀਆਂ ਚੱਲ ਰਹੀਆਂ ਜਿਹੜੀਆਂ ਚੱਲਣਯੋਗ ਹਾਲਤ 'ਚ ਨਹੀਂ ਹੁੰਦੀਆਂ, ਜਿਹੜੀਆਂ ਬਹੁਤ ਸਾਰਾ ਪ੍ਰਦੂਸ਼ਣ ਵੀ ਕਰਦੀਆਂ ਅਤੇ ਜਿਨ੍ਹਾਂ ਦੇ ਹਾਲਾਤ ਵੀ ਚੰਗੇ ਨਹੀਂ ਹੁੰਦੇ, ਸੇਫਟੀ ਮੈਜਰਸ ਤੋਂ ਵੀ ਉਹ ਚੰਗੀਆਂ ਨਹੀਂ ਹੁੰਦੀਆਂ। ਅਤੇ ਉਹੋ ਜਿਹੀਆਂ ਗੱਡੀਆਂ ਜਿਹੜੀਆਂ ਇਹਨਾਂ ਦੀ ਜਿਹੜੀ ਗਿਣਤੀ ਦੱਸੀ ਆ, 51 ਲੱਖ ਦੇ ਕਰੀਬ ਕਾਰਾਂ ਦੱਸੀਆਂ ਜਿਹੜੀਆਂ ਸਾਡੇ ਮੁਲਕ 'ਚ ਇਸ ਵੇਲੇ ਚੱਲ ਰਹੀਆਂ, ਜਿਨ੍ਹਾਂ ਦੀ ਉਮਰ 20 ਸਾਲ ਤੋਂ ਜ਼ਿਆਦਾ ਆ। ਅਤੇ ਕੋਈ 15-17 ਲੱਖ ਕਮਰਸ਼ੀਅਲ ਵਹੀਕਲ ਵੀ ਦੱਸੇ ਆ, ਜਿਨ੍ਹਾਂ ਦੀ ਉਮਰ 15 ਸਾਲ ਤੋਂ ਜ਼ਿਆਦਾ ਹੈ। ਅਤੇ ਆਟੋਮੋਬਾਈਲ ਇੰਡਸਟਰੀ ਦੇ ਮਾਹਰਾਂ ਦਾ ਕਹਿਣਾ ਆ ਵੀ ਜੇ ਇੰਨਾ ਸਟੀਲ, ਇੰਨਾ ਕੱਚਾ ਲੋਹਾ ਸਾਨੂੰ ਦੁਬਾਰਾ ਸਕ੍ਰੈਪ 'ਚ ਮਿਲ ਜਾਏ ਅਤੇ ਜਿਹੜੀ ਕਾਰਾਂ ਦੀ ਕੀਮਤ ਆ ਉਹ ਅਸੀਂ ਕਾਫੀ ਹੱਦ ਤੱਕ ਘਟਾ ਸਕਦੇ ਹਾਂ। ਅਤੇ ਮੈਂ ਦੱਸਣਾ ਚਾਹੁੰਦਾ ਕਿ ਦੁਨੀਆ ਦੇ ਕਾਫੀ ਦੇਸ਼ਾਂ 'ਚ ਇਹ ਪਾਲਿਸੀ ਆਲਰੇਡੀ ਚੱਲਦੀ ਹੈ। ਕੈਨੇਡਾ, ਅਮਰੀਕਾ, ਜਰਮਨ ਜਾਂ ਹੋਰ ਦੇਸ਼ਾਂ ਦੇ ਵਿੱਚ ਵੀ ਇਹੋ ਜਿਹੀ ਪਾਲਿਸੀ ਹੈਗੀ। ਜੇ ਤੁਸੀਂ ਆਪਣੀ ਗੱਡੀ ਸਕ੍ਰੈਪ ਕਰਾਉਂਦੇ ਆ ਅਤੇ ਤੁਹਾਨੂੰ ਉਹਦੇ ਬਦਲੇ 'ਚ ਕਾਫੀ ਮੋਟੀ ਅਮਾਊਂਟ ਮਿਲਦੀ ਆ। ਉਹ ਡਿਪੈਂਡ ਕਰਦਾ ਤੁਹਾਡੀ ਕਾਰ ਦੀ ਕੰਡੀਸ਼ਨ ਕਿੱਦਾਂ ਦੀ ਸੀ ਅਤੇ ਉਹਦੇ ਹਾਲਾਤ ਕਿਵੇਂ ਸੀਗੇ। 2-2.5 ਲੱਖ ਤੱਕ ਵੀ ਤੁਹਾਨੂੰ ਉਹ ਮਿਲਦੀ ਆ। ਇੱਥੇ ਵੀ ਇਹੋ ਜਿਹਾ ਇੱਕ ਸਰਟੀਫਿਕੇਟ ਜਾਰੀ ਕਰਨ ਦੀ, ਇੱਕ ਕੂਪਨ ਦੇਣ ਦੀ ਗੱਲਬਾਤ ਸਾਹਮਣੇ ਆ ਰਹੀ ਆ ਕਿ ਜੇ ਤੁਸੀਂ ਉਹ ਗੱਡੀ ਆਪਣੀ ਸਕ੍ਰੈਪ ਕਰਾਓਗੇ ਅਤੇ ਤੁਹਾਨੂੰ ਇੱਕ ਕੂਪਨ ਮਿਲੇਗਾ, ਜਿਹੜਾ ਕਿ ਤੁਸੀਂ ਅਗਲੀ ਗੱਡੀ ਲਓਗੇ ਅਤੇ ਤੁਹਾਨੂੰ ਉਹਦੇ 'ਚ ਕੁਛ ਰਿਬੇਟ ਮਿਲ ਜਾਊਗਾ। ਅਤੇ ਇਹਦੇ 'ਚ ਜਿਹੜੇ ਇਹਦੇ ਫਾਇਦੇ ਉਹ ਦੱਸ ਰਹੇ ਨੇ ਕਿ ਜਦੋਂ ਅਸੀਂ ਇਹ ਕਾਰ ਸਕ੍ਰੈਪ ਪਾਲਿਸੀ ਲਾਗੂ ਕਰਾਂਗੇ, ਉਹਦੇ ਨਾਲ ਸੜਕਾਂ ਤੋਂ ਕਾਰਾਂ ਘੱਟ ਜਾਣਗੀਆਂ ਅਤੇ ਪ੍ਰਦੂਸ਼ਣ ਲੈਵਲ ਦੇ ਵਿੱਚ ਕਿਹਾ ਜਾ ਰਿਹਾ ਕਿ 20% ਤੱਕ ਜਿਹੜਾ ਪ੍ਰਦੂਸ਼ਣ ਘੱਟ ਜਾਊਗਾ, ਜਿਹਦੇ ਅਸਾਰ ਹਾਲੇ ਨਜ਼ਰ ਨਹੀਂ ਆਉਂਦੇ। ਕਿ ਜਦੋਂ ਅਸੀਂ ਪਾਲਿਸੀਆਂ ਬਣਾਉਂਦੇ ਹਾਂ ਉਹ ਬਹੁਤ ਸੋਹਣੀਆਂ ਲੱਗਦੀਆਂ ਕਾਗਜ਼ਾਂ 'ਚ ਲਿਖਣ ਨੂੰ, ਅਤੇ ਜਦੋਂ ਉਹਦੀ ਇੰਪਲੀਮੈਂਟੇਸ਼ਨ ਅਸੀਂ ਦੇਖਦੇ ਹਾਂ, ਤੁਹਾਨੂੰ ਪਤਾ ਹੀ ਆ ਜੇ ਅਸੀਂ ਅੱਜ ਦੀ ਗੱਲ ਕਰੀਏ ਹਿੰਦੁਸਤਾਨ ਦੇ ਵਿੱਚ, ਜੇ ਸਰਵੇ ਕਰਾ ਕੇ ਦੇਖ ਲੈਣ ਕੋਈ ਅਥੈਂਟਿਕਲੀ ਕਿ ਕਿੰਨੇ ਲੋਕ ਕਾਰਾਂ ਚਲਾ ਰਹੇ ਨੇ ਅਤੇ ਕਿੰਨੇ ਲੋਕਾਂ ਕੋਲ ਪ੍ਰਦੂਸ਼ਣ ਸਰਟੀਫਿਕੇਟ ਨੇ, ਕਿੰਨੇ ਲੋਕ ਗੱਡੀਆਂ ਚਲਾ ਰਹੇ ਨੇ ਅਤੇ ਕਿੰਨੇ ਲੋਕਾਂ ਕੋਲ ਡਰਾਈਵਿੰਗ ਲਾਇਸੈਂਸ ਨੇ, ਕਿੰਨੇ ਲੋਕ ਸਕੂਟਰ ਮੋਟਰਸਾਈਕਲ ਚਲਾ ਰਹੇ ਨੇ ਅਤੇ ਹੈਲਮਟ ਧਾਰੀ ਹੁੰਦੇ ਨੇ, ਅਤੇ ਕਿੰਨੇ ਲੋਕਾਂ ਦੀ ਮੌਤ ਹੁੰਦੀ ਐਕਸੀਡੈਂਟਲੀ। ਪਾਲਿਸੀਜ਼ ਬਣਾਉਣੀਆਂ ਤੇ ਬਹੁਤ ਸੋਹਣੀਆਂ ਚੀਜ਼ਾਂ ਨੇ, ਪਰ ਉਹਨਾਂ ਨੂੰ ਇੰਪਲੀਮੈਂਟ ਕਰਨ ਲਈ ਜਦੋਂ ਅਸੀਂ ਦੇਖਦੇ ਹਾਂ ਤੇ ਉਹ ਬੜਾ ਦੂਰ ਦੀ ਗੱਲ ਸਮਝ ਲੱਗਦੀ, ਕਾਗਜ਼ਾਂ 'ਚ ਹੀ ਰਹਿ ਜਾਂਦੇ ਨੇ ਇੰਪਲੀਮੈਂਟੇਸ਼ਨ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਖਬਰ ਮਿਲੀ ਹੈ ਕਿ ਕੋਕ, ਪੈਪਸੀ ਤੇ ਪਤੰਜਲੀ ਨੂੰ ਵੱਡੇ ਜੁਰਮਾਨੇ ਹੋਏ ਨੇ। ਇਹ ਤੇ ਲੋਕਾਂ ਨੂੰ ਠੰਡਿਆਂ ਕਰਦੇ ਨੇ, ਤੇ ਇਹ ਕਿਵੇਂ ਠੰਡੇ ਹੋ ਗਏ ਹੁਣ? ਠੰਡੇ ਤੇ ਕਰਦੇ ਨੇ, ਪਰ ਇਹ ਸਾਡਾ ਨੁਕਸਾਨ ਜ਼ਿਆਦਾ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਜੁਰਮਾਨੇ ਹੋਏ ਆ। ਤੇ ਮੈਂ ਜੱਜ ਨਹੀਂ ਹੈਗਾ, ਅਸੀਂ ਕਈ ਵਾਰ ਗੱਲ ਕਰਦੇ ਹਾਂ, ਪਰ ਇਹਨਾਂ ਨੂੰ ਬਹੁਤ ਵੱਡੇ ਜੁਰਮਾਨੇ ਹੋਣੇ ਚਾਹੀਦੇ ਨੇ। ਤੇ ਇਹ ਸਾਡੇ ਮੁਲਕ ਦੇ ਜਿਹੜੇ ਕਾਨੂੰਨ ਨੇ ਉਹਦੇ ਵਿੱਚ ਜਿਹੜੀਆਂ ਚੋਰ ਮੋਰੀਆਂ ਨੇ ਜਾਂ ਕਾਨੂੰਨਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਵਾਲੀਆਂ ਬੋਡੀਜ਼ ਦਾ ਢਿੱਲਿਆਂ ਹੋਣਾ ਜਿਹੜਾ ਆ, ਉਹ ਇਹਨਾਂ ਕੰਪਨੀਆਂ ਲਈ ਵਰਦਾਨ ਬਣ ਜਾਂਦਾ। ਤੇ ਫਿਰ ਇਹ ਬਹੁਤ ਸਾਰੇ ਕੰਮ ਜਿਹੜੇ ਨੇ ਗਲਤ ਕਰਦੇ ਨੇ। ਜੇ ਮੈਂ
ਤੁਹਾਨੂੰ ਯਾਦ ਕਰਾਵਾਂ ਤੇ ਮੈਨੂੰ ਹੁਣ ਬਹੁਤਾ ਯਾਦ ਨਹੀਂ, ਪਰ 2000 ਦੇ ਵਿੱਚ ਕਿਤੇ ਇੱਕ ਫਿਲਮ ਆਈ ਸੀ ਮਦਰ ਭੰਡਾਰਕਰ ਦੀ। ਉਹ ਬੜੀਆਂ ਵਿਵਾਦਤ ਜਿਹੀਆਂ ਫਿਲਮਾਂ ਬਣਾਉਂਦੇ ਨੇ। ਉਹਨਾਂ ਨੇ ਇੱਕ ਕਾਰਪੋਰੇਟ ਨਾਂ ਦੀ ਫਿਲਮ ਬਣਾਈ ਸੀ, ਜਿਹਦੇ 'ਚ ਇਹਨਾਂ ਨੇ ਇਹ ਕੰਪਨੀਆਂ ਹਿੰਦੁਸਤਾਨ 'ਚ ਆਈਆਂ ਕਿਵੇਂ ਤੇ ਆਪਸ ਦੇ ਵਿੱਚ ਲੜਦੀਆਂ ਕਿਵੇਂ ਸੀ, ਇਹੋ ਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜੀ। ਮੈਂ ਕੋਕ ਤੇ ਪੈਪਸੀ ਦੀ ਗੱਲ ਕਰਦਾ। 1990 ਦੇ ਵਿੱਚ 90s ਦੇ ਜਿਹੜਾ ਦਹਾਕਾ ਆ ਉਹਦੇ ਵਿੱਚ ਇਸ ਕੋਕ ਦਾ ਹਿੰਦੁਸਤਾਨ 'ਚ ਬਿਜ਼ਨਸ 10,000 ਕਰੋੜ ਦਾ ਸੀ। ਤੁਸੀਂ ਜਦੋਂ ਇਹਨਾਂ ਦੀ ਜੇ ਇਕਨੋਮਿਕਲ ਪੱਖ ਦੀ ਗਿਣਤੀ ਆਪਾਂ ਕਰੀਏ ਸਵਲੀਨ ਜੀ, ਤੇ ਇਹ ਬਹੁਤ ਘੱਟ ਪੈਸਿਆਂ ਨਾਲ ਇਹਨਾਂ ਦੇ ਜਿਹੜੇ ਪ੍ਰੋਡਕਟ ਨੇ ਬਣਦੇ ਨੇ ਜੀ। ਤੁਸੀਂ ਜਿਹੜਾ ਕੋਲਡ ਡਰਿੰਕ 20-30 ਰੁਪਏ ਦਾ ਪੀਂਦੇ ਆ, ਜੇ ਅਸੀਂ ਇਹਦੀ ਕੋਸਟ ਦੇਖੀਏ ਤੇ ਉਹ ਕੁਝ ਪੈਸਿਆਂ ਤੱਕ ਸੀਮਿਤ ਰਹਿ ਜਾਂਦੀ ਹੈ, ਰੁਪਈਆਂ ਦੀ ਵੀ ਨਹੀਂ ਹੈਗੀ। ਤੇ ਇਸੇ ਕਰਕੇ ਇਹਨਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਹ ਕੰਪਨੀਆਂ ਬਹੁਤ ਵੱਡੇ ਪੈਸੇ ਖਰਚਦੀਆਂ ਨੇ। ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਚੱਲ ਜਾਓ, ਤੁਹਾਨੂੰ ਸਭ ਤੋਂ ਜ਼ਿਆਦਾ ਐਡਵਰਟਾਈਜ਼ਮੈਂਟ ਜਿਹੜੀ ਆ ਉਹ ਇਹਨਾਂ ਦੇ ਵਿਗਿਆਪਨ ਹੀ ਮਿਲਦੇ ਨੇ। ਟੈਲੀਵਿਜ਼ਨ 'ਤੇ ਵੀ ਇਹਨਾਂ ਦੇ ਵਿਗਿਆਪਨ ਜਿਹੜੇ ਉਹ ਹਾਵੀ ਰਹਿੰਦੇ ਨੇ। ਜਿਹੜੇ ਗੱਲ ਅਸੀਂ ਕਰਦੇ ਇਹਨਾਂ ਨੂੰ ਜਿਹੜੇ ਜੁਰਮਾਨੇ ਹੋਏ ਨੇ, ਉਹ PCCB ਆ ਜਿਹੜਾ ਹੈਗਾ ਆ ਪ੍ਰਦੂਸ਼ਣ ਕੰਟਰੋਲ ਬੋਰਡ, CPBC ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਆ ਇੱਕ ਸਾਡਾ ਅਦਾਰਾ ਆ ਹਿੰਦੁਸਤਾਨ ਦਾ ਜਿਹੜਾ ਪ੍ਰਦੂਸ਼ਣ ਕੰਟਰੋਲ ਦੇ ਉੱਤੇ ਸਾਰੇ ਭਾਰਤ ਲੈਵਲ 'ਤੇ ਕੰਮ ਕਰਦਾ। ਉਹਨਾਂ ਨੇ ਇਹਨਾਂ ਨੂੰ ਜੁਰਮਾਨੇ ਲਾਏ ਆ। 1918 ਦਾ ਇੱਕ ਕਾਨੂੰਨ ਆ ਕਿ ਜਿਹੜੀ ਵੀ ਕੰਪਨੀ ਇਹੋ ਜਿਹਾ ਸਮਾਨ ਵੇਚਦੀ ਆ, ਉਹਨੇ ਜਿਹੜਾ ਪਲਾਸਟਿਕ ਵੇਸਟ ਆ ਉਹਦੇ ਨਾਲ ਵੀ ਨਿਪਟਣਾ ਹੁੰਦਾ ਜੀ। ਤੇ ਹੁਣ ਜਦੋਂ ਆਪਾਂ ਤੁਹਾਨੂੰ ਅੰਕੜਿਆਂ ਦੀ ਗੱਲ ਦੱਸਦੇ ਹਾਂ, ਜਾਂ ਜਦੋਂ ਮੈਂ ਇਹਨਾਂ ਦੇ ਅੰਕੜੇ ਦੇਖੇ ਤੇ ਉਹ ਹੈਰਾਨ ਕਰਨ ਵਾਲੇ ਅੰਕੜੇ ਆ। ਪਾਣੀ ਦੀਆਂ ਅਸੀਂ ਬੋਤਲਾਂ ਅਕਸਰ ਜਿੱਥੇ ਵੀ ਕਿਤੇ ਜਾਂਦੇ ਹਾਂ 20 ਰੁਪਏ ਦੀ, 30 ਰੁਪਏ ਦੀ, 25 ਰੁਪਏ ਦੀ ਬੋਤਲ ਖਰੀਦਦੇ ਹਾਂ, ਪੀ ਕੇ ਤੇ ਅਸੀਂ ਉਹ ਵੇ ਆਫ ਕਰ ਦਿੰਦੇ ਹਾਂ, ਸਿੱਟ ਦਿੰਦੇ ਹਾਂ, ਇੱਦਾਂ ਹੀ ਚੱਕ ਕੇ ਵਗਾ ਕੇ ਮਾਰਦੇ ਹਾਂ, ਜਾਂ ਕਿਤੇ ਬਹੁਤ ਸਿਆਣੇ ਵੀ ਹੋਈਏ ਤਾਂ ਅਸੀਂ ਕਿਸੇ ਕੂੜਾਦਾਨ ਸੁੱਟ ਦਿੰਦੇ ਹਾਂ। ਪਰ ਉਸ ਤੋਂ ਬਾਅਦ ਵੀ ਉਹਦਾ ਜਿਹੜਾ ਨਿਪਟਾਰਾ ਉਹ ਨਹੀਂ ਹੁੰਦਾ। ਤੁਸੀਂ ਅੰਦਾਜ਼ਾ ਲਾਓ ਕਿ ਬਿਸਲੇਰੀ ਦਾ ਭਾਰਤ ਦੇ ਵਿੱਚ ਕਚਰਾ ਇੱਕ ਸਾਲ ਦੇ ਵਿੱਚ ਕਿੰਨਾ ਹੋਊਗਾ? 21,000 ਟਨ। 21,000 ਟਨ ਵੇਸਟੇਜ ਜਿਹੜਾ ਆ ਉਹ ਪਲਾਸਟਿਕ ਦਾ ਬਿਸਲੇਰੀ ਦਾ ਆ। 10-11,000 ਟਨ ਕੋਕ ਦਾ ਆ, ਤੇ 5-7,000 ਟਨ ਜਿਹੜਾ ਆ ਉਹ ਕੋਕ ਦਾ ਆ, ਤੇ ਪੈਪਸੀ ਦਾ ਵੀ ਇੰਨਾ ਹੀ ਆ ਜੀ, ਤੇ ਪਤੰਜਲੀ ਦਾ ਵੀ ਉਹਦੇ ਵਿੱਚ ਪੂਰਾ ਯੋਗਦਾਨ ਆ। ਤੇ ਉਸ ਜਿਹੜਾ ਕਚਰਾ ਆ ਉਹਨੂੰ ਨਾ ਸੰਭਾਲਣ ਲਈ ਜਿਹੜੇ ਯਤਨ ਕੀਤੇ ਇਹਨਾਂ ਨੇ, ਕੰਪਨੀਆਂ ਨੇ ਨਹੀਂ ਕੀਤੇ, ਇਸ ਕਰਕੇ ਇਹਨਾਂ ਨੂੰ ਜੁਰਮਾਨੇ ਲਾਏ ਆ ਮੁਲਕ ਦੀ ਉਸ ਅਦਾਰੇ ਨੇ PCCB ਜਿਹੜੇ CPCB ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ CPCB। 51 ਕਰੋੜ ਦੇ ਕਰੀਬ ਜੁਰਮਾਨਾ ਜਿਹੜਾ ਆ ਕੋਕ ਨੂੰ ਲੱਗਾ ਆ, 8-10 ਕਰੋੜ ਜਿਹੜਾ ਆ ਪੈਪਸੀ ਨੂੰ ਲਾਇਆ ਆ, ਤੇ ਕੁਝ ਜੁਰਮਾਨਾ ਜਿਹੜਾ ਆ ਬਿਸਲੇਰੀ ਨੂੰ ਵੱਖਰਾ ਲੱਗਾ ਆ। ਹਾਲਾਂਕਿ ਇਹਨਾਂ ਦੀ ਮਾਲਕ ਫਰਮ ਇੱਕੋ ਹੀ ਆ, ਪਰ ਉਹ ਬੋਡੀਜ਼ ਉਹਨਾਂ ਨੇ 2-2 ਬਣਾਈਆਂ ਹੋਣੀਆਂ। ਪਤੰਜਲੀ ਨੂੰ ਵੀ ਕੁਝ ਜੁਰਮਾਨਾ ਲੱਗਾ ਆ, ਉਹਨਾਂ ਨੂੰ ਵੀ ਇਸੇ ਦੇ ਵਿੱਚ ਹੀ ਆ। ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹਦੇ ਬਾਰੇ ਕੁਝ ਦੱਸਿਆ ਨਹੀਂ ਚੰਗੀ ਤਰੀਕੇ ਨਾਲ, ਪੈਪਸੀ ਦੇ ਪਤੰਜਲੀ ਦੇ ਵਕੀਲਾਂ ਨੇ ਜਾਂ ਉਹਨਾਂ ਨੇ, ਪਰ ਜੁਰਮਾਨਾ ਇਸੇ ਗੱਲ 'ਚ ਲੱਗਾ ਆ। ਸਵਲੀਨ ਜੀ, ਜਦੋਂ ਅਸੀਂ ਜੁਰਮਾਨੇ ਦੀ ਗੱਲ ਕਰਦੇ ਹਾਂ ਤਾਂ ਕੁਝ ਵੀ ਨਹੀਂ ਹੈਗਾ ਇਹਨਾਂ ਕੰਪਨੀਆਂ ਦੇ ਲਈ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 90 ਦੇ ਵਿੱਚ ਹੀ ਇਹਨਾਂ ਦਾ ਜਿਹੜਾ ਬਿਜ਼ਨਸ ਸੀਗਾ ਉਹ 10,000 ਕਰੋੜ ਦਾ ਸੀ। ਇਹਨਾਂ ਨੂੰ ਅੱਜ 50 ਕਰੋੜ ਦੇ ਜੁਰਮਾਨੇ ਨਾਲ ਕੀ ਫਰਕ ਪੈਂਦਾ? ਇੰਨੇ ਕੁ ਪੈਸੇ ਤਾਂ ਇਹ ਹਾਲੀਵੁੱਡ ਦੇ ਜਾਂ ਬਾਲੀਵੁੱਡ ਦੇ ਹੀਰੋ ਨੂੰ ਦੇ ਦਿੰਦੇ ਨੇ, ਜਿਹੜਾ ਤੁਹਾਨੂੰ ਕਹਿੰਦਾ ਕਿ ਆਹ ਵਾਲਾ ਠੰਡਾ ਪੀਓ ਜੀ। ਗੱਲ ਤਾਂ ਇਹ ਆ ਕਿ ਇਹ ਸਾਡੇ ਮੁਲਕ ਨੂੰ ਕਿੰਨਾ ਗੰਦਲਾ ਕਰ ਰਹੇ ਨੇ। ਪਲਾਸਟਿਕ ਵੇਸਟ ਤੋਂ ਅਸੀਂ ਨਿਜਾਤ ਕਿੱਦਾਂ ਪਾਵਾਂਗੇ? ਸਾਨੂੰ ਪਿੱਛੇ ਜਿਹੇ ਇੱਕ ਵਾਰੀ ਸਿੰਗਾਪੁਰ ਦੇ ਵਿੱਚ ਜਾਣਨ ਦਾ ਮੌਕਾ ਮਿਲਿਆ ਕਿ ਉਹ ਪਲਾਸਟਿਕ ਨਾਲ ਕਿਵੇਂ ਨਜਿੱਠਦੇ ਨੇ। ਉਹਨਾਂ ਨੇ ਬਹੁਤ ਵੱਡੇ ਲੈਵਲ 'ਤੇ ਭੱਠੀਆਂ ਲਾਈਆਂ ਹੋਈਆਂ, ਅਤੇ ਇੱਕ ਖਾਸ ਟੈਂਪਰੇਚਰ 'ਤੇ ਜਾ ਕੇ ਉਹ ਪਲਾਸਟਿਕ ਨੂੰ ਜਾਲਦੇ ਨੇ, ਤਾਂ ਉਸ ਤੋਂ ਬਾਅਦ ਜੋ ਬਚਦਾ ਆ ਉਹ ਨਿਰੀ ਮਿੱਟੀ ਹੁੰਦੀ ਆ। ਸਵਾਬ ਇਸ ਲੈਵਲ ਦੀ ਬਣ ਜਾਂਦੀ ਆ ਇੰਨਾ ਸੜਨ ਤੋਂ ਬਾਅਦ ਕਿ ਉਹਦੇ 'ਚ ਕੋਈ ਪਲਾਸਟਿਕ ਦਾ ਕਣ ਨਹੀਂ ਰਹਿ ਜਾਂਦਾ। ਪਰ ਸਾਡੇ ਤੁਸੀਂ ਦੇਖੀ ਜਾਓ ਕਿ ਹੌਲੀ ਦੇਖਦਿਆਂ ਢੇਰਾਂ ਦੇ ਢੇਰ ਕਚਰੇ ਦੇ ਮਿਲਦੇ ਨੇ। ਹੋਰ ਸ਼ਹਿਰਾਂ ਪਿੰਡਾਂ ਦੀ ਤੇ ਛੱਡੋ, ਤੁਸੀਂ ਦਿੱਲੀ ਜਾਓ ਤੇ ਸਭ ਤੋਂ ਪਹਿਲਾਂ ਪਤਾ ਹੀ ਉਦੋਂ ਲੱਗਦਾ ਜਦੋਂ ਵੱਡੇ ਜਾਂ ਕੂੜੇ ਦਾ ਪਹਾੜ ਆ ਜਾਂਦਾ, ਫਿਰ ਪਤਾ ਲੱਗਦਾ ਕਿ ਅਸੀਂ ਦਿੱਲੀ ਪਹੁੰਚ ਗਏ ਹਾਂ। ਸੋ ਇਹਨਾਂ ਨੂੰ ਜੁਰਮਾਨੇ ਜਿਹੜੇ ਲੱਗੇ ਨੇ ਉਹ ਬਹੁਤ ਥੋੜ੍ਹੇ ਨੇ। ਜੁਰਮਾਨਿਆਂ ਦੇ ਨਾਲ ਸਰਕਾਰ ਨੂੰ ਇਹਨਾਂ 'ਤੇ ਸਖਤੀ ਇਸ ਲੈਵਲ ਦੀ ਕਰਨੀ ਚਾਹੀਦੀ ਹੈ ਕਿ ਤੁਸੀਂ ਆਪਣੇ ਪ੍ਰੋਡਕਟ ਵੇਚੋ, ਪੈਸੇ ਕਮਾਓ, ਕੋਈ ਦਿੱਕਤ ਨਹੀਂ, ਪਰ ਜਿਹੜਾ ਤੁਹਾਡਾ ਕਚਰਾ ਆ ਉਹਨੂੰ ਸੰਭਾਲਣ ਲਈ ਵੀ ਤੁਸੀਂ ਯਤਨ ਕਰੋ। ਉਹ ਸੌਖਿਆਂ ਤਰੀਕਿਆਂ ਨਾਲ ਜੇ ਇਹ ਕੰਪਨੀਆਂ ਚਾਹੁਣ ਤਾਂ ਇਹ ਕਰ ਸਕਦੀਆਂ ਨੇ। ਨਾਲ ਦੀ ਨਾਲ ਉੱਥੇ ਇਹਨਾਂ ਨੇ ਇਸ ਗੱਲ ਦੀ ਵੀ ਗੱਲ ਕੀਤੀ ਆ ਜੀ, ਉੱਥੇ ਕੋਰਟ ਦੇ ਵਿੱਚ ਇਸ ਗੱਲ ਦੀ ਵੀ ਗੱਲ ਹੋਈ ਆ ਜਦੋਂ ਜੁਰਮਾਨੇ ਲਾਏ ਆ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਰੇ ਹੀ ਮੁਲਕ ਦੇ ਸਟੇਟਾਂ ਨੂੰ, ਜਿੰਨੇ ਸਾਡੇ ਰਾਜ ਨੇ ਉਹਨਾਂ ਦੇ ਮੁੱਖ ਸਕੱਤਰ ਜਿਹੜੇ ਨੇ ਉਹਨਾਂ ਨੂੰ ਕਿਹਾ ਕਿ ਜਿੰਨੇ ਤੁਹਾਡੇ ਸਟੇਟ ਦੇ ਪੋਲਿਊਸ਼ਨ ਕੰਟਰੋਲ ਬੋਰਡ ਨੇ ਉਹਨਾਂ ਦੇ ਵਿੱਚ ਜਿੰਨੇ ਵੀ ਖਾਲੀ ਜੌਬਸ ਨੇ ਉਹਨਾਂ ਨੂੰ ਭਰੋ 6 ਮਹੀਨੇ ਦੇ ਅੰਦਰ। ਅਸੀਂ ਗੱਲ ਕਰਦੇ ਹਾਂ ਕਿ ਕਾਨੂੰਨ ਦੇ ਵਿੱਚ ਊਣਤਾਈਆਂ ਕਿਉਂ ਰਹਿ ਜਾਂਦੀਆਂ? ਕਾਨੂੰਨ ਤੇ ਸੋਹਣੇ ਤਰੀਕੇ ਨਾਲ ਬਣਿਆ ਆ, ਪਰ ਉਹਨੂੰ ਲਾਗੂ ਕਰਨ ਲਈ ਜਦੋਂ ਸਾਡੇ ਕੋਲ ਵਰਕ ਫੋਰਸ ਹੀ ਨਹੀਂ ਹੈਗੀ ਜੀ, ਤੇ ਉੱਥੇ ਜਿਹੜੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਵਿੱਚ ਜਿੰਨੇ ਇੰਸਪੈਕਟਰ ਨੇ, ਜਿੰਨੇ ਉਹਨਾਂ ਦੇ ਸਹਾਇਕ ਨੇ, ਜਿੰਨੇ ਉਹਨਾਂ ਦੇ ਸੁਪਰਡੈਂਟ ਨੇ, ਜਿੰਨੇ ਉਹਨਾਂ ਦੇ ਅਫਸਰ ਨੇ, ਉਹਨਾਂ ਸਾਰਿਆਂ ਨੂੰ ਉਹਨਾਂ ਦੀ ਪੋਸਟਾਂ ਭਰੀਆਂ ਜਾਣ। ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਨੂੰ ਜਾਂਚ ਕਰਨ ਲਈ ਜੋ
औजार चाहिए ने, जो तकनीकां चाहिए ने, उन्हों की खरीदो फरोख्त भी की जाए। इन्हां दे जाण आउण लई जो गड्डियां ने वो भी उन्हों की भी प्रबंध किया जाए, तां जो जिहड़ा साडा मुल्क दा वातावरण आ, जिहड़ा साडा आला दुआला आ, वो प्रदूषण तो मुक्त हो सके। आस करते हैं कि जिहड़ियां इहो जिहियां संस्थावां आ वो वधिया तरीके नाल काम करन, तां जो साडा असीं चंगी हवा दे विच साह लै सकी। जी शर्मा जी, गल करते हैं तमिलनाडु की। उत्थे 3 बंदे गटर साफ कर रहे सी ते उन्हां दी मौत हो गई। कित्थे को खड़े हैं असीं? 21ਵੀਂ सदी 'ਚ खड़े हैं जी। विकास साडे मुल्क 'ਚ पिछले 20 साल तो जदों भी चोणां हुंदियां उदों जन्म लै लैंदा जी, ते जदों अगले 5 साल बाद जे ते वो पार्टी बदल जाए फिर विकास वो मर गया हुंदा ते अगला जन्म अगली पार्टी फिर उस विकास नूं जन्म दे दिंदी है। वो तुसीं हुणी गल कीती है कि लारियां दीयां पंडां असीं लई फिरदे हां ते असीं हाले भी गटर साफ करदियां अपने लोकां दी मौत देख रहे हैं। होना उहदे विच फिर कुछ नहीं है। तमिलनाडु की घटना है, इलैक्शन उत्थे आउण वालीआं है, दोनों पार्टियां DMK ते AIDMK पब्बां भार ने। स्टालिन करुणानिधि दे बेटे ने ते शशिकला नटराजन आ ते कुछ होर लोग ने उत्थे जिहड़ी तमिलनाडु 'ਚ जयललिता सी, जयललिता की पार्टी ते DMK ते करुणानिधि की पार्टी की आपां गल करदे सी। हुण भी उही दो ही पार्टियां ने, कांग्रेस ते BJP उत्थे अपनी अपनी जमीन तलाशदे पए ने। पर जमीन तलाश रहीआं ने ये सियासी पार्टियां ते रोटी तलाशदे कुछ लोग गटर 'ਚ ही मर जांदे ने। ये साडे मुल्क की त्रासदी है। असीं हुणे गल कीती प्रदूषण कंट्रोल बोर्ड की, ते असीं बहुत सारियां गल्लां दी असीं गल करदे हां। अरबां खरबां दा साडा सिੱਖਿਆ ਦਾ बजट आ, इन्ना ही साडा सेहत ਦਾ बजट आ ਕਹਿਣ ਲਈ ਜੀ, ਤੇ ਇੰਨਾ ਹੀ ਸਾਡਾ ਜਿਹੜਾ ਰੱਖਿਆ ਬਜਟ ਆ, ਪਤਾ ਨਹੀਂ ਅਸੀਂ ਕਿੰਨੇ ਲੱਖ ਕਰੋੜ ਦੇ ਟੈਂਕ ਬਣਾ ਲਏ ਤੇ ਕਿੰਨੇ ਅਸੀਂ ਜਹਾਜ਼ ਖਰੀਦ ਲਏ। ਜਦੋਂ ਅਸੀਂ 4 ਜਹਾਜ਼ ਖਰੀਦਦੇ ਆ ਤੇ ਸਾਡੀਆਂ ਅਖਬਾਰਾਂ 'ਚ ਫੋਟੋ ਛਪਦੀਆਂ ਨੇ। ਪਰ ਇਹ ਲੋਕ ਜਿਹੜੇ ਹਾਲੇ ਵੀ ਨਾਲੀਆਂ ਸਾਫ਼ ਕਰਦੇ ਉਹਨਾਂ ਉਸ ਗੰਦ ਦੇ ਵਿੱਚ ਮਰ ਜਾਂਦੇ ਨੇ ਤੇ ਫਿਰ ਅਸੀਂ ਆਪਣੇ ਆਪ ਨੂੰ ਪਤਾ ਨਹੀਂ ਕਿਹੜੇ ਮਹਾਨ ਦੇਸ਼ ਦੇ ਵਾਸੀ ਕਹਿੰਦੇ ਆ। ਬਹੁਤ ਛੋਟੇ ਬਜਟ ਨੇ ਜਿਹਦੇ ਨਾਲ ਅਸੀਂ ਇਹ ਜਿਹੜੀਆਂ ਤਕਨੀਕਾਂ ਜਿਹੜੀਆਂ ਮਸ਼ੀਨਾਂ ਖਰੀਦ ਸਕਦੇ ਹਾਂ, ਜਿਹਦੇ ਨਾਲ ਸਾਡੇ ਸੀਵਰੇਜ ਸਿਸਟਮ ਸਾਫ਼ ਹੋ ਸਕਦੇ ਨੇ। ਤੇ ਜੇ ਅਸੀਂ ਪਲਾਸਟਿਕ ਤੋਂ ਹੀ ਨਿਜਾਤ ਪਾ ਲਈਏ ਤੇ ਬਹੁਤ ਸਾਰੇ ਸਿਸਟਮ ਚੋਕ ਹੀ ਨਾ ਹੋਣ। ਪਰ ਸਾਡੀਆਂ ਸਰਕਾਰਾਂ ਲਈ ਬੰਦੇ ਦੀ ਕੀਮਤ ਕੋਈ ਨਹੀਂ ਹੈਗੀ ਤੇ ਵੋਟਾਂ ਦੀ ਕੀਮਤ ਹੈ। ਗੱਲ ਸਿਰਫ ਇੰਨੀ ਹੋ ਜੀ। ਸ਼ਰਮਾ ਜੀ, ਤਮਿਲਨਾਡੂ ਤੋਂ ਬਾਅਦ ਜੇ ਯੂਪੀ ਦੀ ਗੱਲ ਕਰੀਏ ਤੇ ਯੂਪੀ ਸਰਕਾਰ 2.5 ਲੱਖ ਕੇਸ ਵਾਪਸ ਲੈਣ ਦੀ ਗੱਲ ਕਰ ਰਹੀ ਆ। ਕਿਹੜੇ ਕੇਸ ਨੇ, ਕਿਉਂ ਕੀਤੇ, ਕਿਉਂ ਵਾਪਸ ਲੈ ਰਹੇ ਨੇ, ਕੀ ਆ ਪੂਰਾ ਮਾਮਲਾ? ਇਹ ਮਾਰਚ पिछले साल तो शुरू होया सी जदों करोना आ गया सीगा ते असी एक 188 दी धारा आ IPC धारा 188 जिहदे अधीन हैगा कि तुसीं डिजास्टर मैनेजमेंट दे विरोध जदों कोई महामारी दी आपदा कोई फैली हुई है या कोई एमरजेंसी की स्थिति दे विच जदों असीं सरकारी कानूनां दी पालना नहीं करते तो 188 दे परचे हुंदे ने। वो सारे मुल्क 'च होए ने। तुहानूं याद होना करोना दे टाइम दे विच असीं सुणिया सीगा कि पुलिस ने बहुत लोकां नूं मारिया, बहुत लोगों के डंडा परेड की, जिथे लोग जो सरकार ने कहा सीगा कि तुसीं इकट्ठे होकर ना बैठो तो उत्थे लोग खेडते पाए गए या इकट्ठे होकर जश्न मनाते पाए गए या बिना मास्क तो फड़े गए लोग। तो उन्होंने बहुत सारे लोगों ते इहो जिहे परचे होए सी। वो पंजाब 'च भी ने, साडे कुछ दुकानदारां ते भी परचे होए जिहड़े जदों सरकार दी नियम सीगा कि तुसीं दुकानां नहीं खोलणीਆਂ ते वो खोल के बैठे सी ते पुलिस आउंदी सी ते उन्हां नूं नोटिस दे जांदी सी ते हुण ਉਹ अदालतां दे चक्कर ला रहे ने। ਇਹੋ ਜਿਹੇ 2.5 ਲੱਖ ਦੇ ਕਰੀਬ ਕੇਸ ਯੂਪੀ ਦੇ ਵਿੱਚ ਦਰਜ ਹੋਏ ਸੀ ਕਰੋਨਾ ਮਹਾਮਾਰੀ ਦੇ ਦੌਰਾਨ ਸਰਕਾਰ ਦੀਆਂ ਹਦਾਇਤਾਂ ਨਾ ਮੰਨਣ ਦੇ ਖਿਲਾਫ। ਚਾਹੇ ਉਹ ਹਦਾਇਤਾਂ ਮਾਸਕ ਪਾਉਣ ਦੀਆਂ ਸੀ, ਚਾਹੇ ਉਹ ਇਕੱਠੇ ਹੋ ਕੇ ਨਾ ਬੈਠਣ ਦੀਆਂ ਸੀ, ਚਾਹੇ ਉਹ ਦੁਕਾਨਾਂ ਨੂੰ ਨਾ ਖੋਲ੍ਹਣ ਦੀਆਂ ਸੀ ਤੇ ਕੁਝ ਹੋਰ ਤਰ੍ਹਾਂ ਦੀਆਂ ਵੀ ਸੀ, ਜਿਵੇਂ ਕਾਰ ਦੇ ਵਿੱਚ ਇੱਕ ਬੰਦੇ ਨੇ ਸਫ਼ਰ ਕਰਨਾ ਹੈ ਤੇ ਸਕੂਟਰ ਮੋਟਰਸਾਈਕਲ ਤੇ ਵੀ ਇੱਕ ਨੇ ਕਰਨਾ, ਇਹੋ ਜਿਹੇ। ਤੇ ਹੁਣ ਗ੍ਰਹਿ ਮੰਤਰਾਲਿਆ ਯੂਪੀ ਸਰਕਾਰ ਨੇ ਇਹ ਘੋਸ਼ਣਾ ਕੀਤੀ ਹੈ ਕਿ ਉਹ ਜਿਹੜੇ 2.5 ਲੱਖ ਕੇਸ ਨੇ ਉਹ ਅਦਾਲਤਾਂ ਤੇ ਬੋਝ ਨੇ ਤੇ ਛੋਟੇ-ਮੋਟੀਆਂ ਘਟਨਾਵਾਂ ਨੇ। ਉਦੋਂ ਲੋਕਾਂ ਨੂੰ ਡਰ ਦੇਣ ਲਈ ਇਹ ਪਰਚੇ ਕੀਤੇ ਗਏ ਸੀ ਤੇ ਹੁਣ ਅਸੀਂ ਸਾਰੇ ਦੇ ਸਾਰੇ ਉਹ ਵਾਪਸ ਲੈ ਲੈਣੇ ਨੇ। ਦੋਨੋਂ ਹੀ ਉਹਦੇ ਪੱਖ ਨੇ, ਕੁਝ ਹੱਦ ਤੱਕ ਚੰਗੇ ਵੀ ਨੇ ਕਿਉਂਕਿ ਅਦਾਲਤ ਦੇ ਵਿੱਚ 188 ਦੀ ਧਾਰਾ 'ਚ ਮੈਂ ਕੁਝ ਲੋਕਾਂ ਦੀ ਜਾਣ ਪਛਾਣ ਨਾਲ ਗੱਲ ਹੋਈ ਕਿ ਉਹ ਅਸੀਂ ਜਾਂਦੇ ਹਾਂ, ਉੱਥੇ ਤਰੀਕ ਪੈ ਜਾਂਦੀ ਆ, ਵਾਪਸ ਆ ਜਾਂਦੇ ਹਾਂ। ਹੁਣ ਉਹਦੇ 'ਚ ਐਂਡ ਟੂ ਐਂਡ ਕੁਝ ਦਿਨਾਂ ਦਾ ਜਾਂ ਕੁਝ ਪੈਸੇ ਦਾ ਜੁਰਮਾਨਾ ਹੀ ਆ, ਸੌਰੀ ਦਿਨਾਂ ਦਾ ਨਹੀਂ, ਕੁਝ ਰੁਪਈਆਂ ਦਾ ਜੁਰਮਾਨਾ ਹੀ ਹੋਣਾ। ਤੇ ਅਦਾਲਤਾਂ ਦੇ ਵਿੱਚ ਉਹਨਾਂ ਕਾਗਜ਼ਾਂ ਨੇ ਕਾਲੇ ਹੀ ਹੋਣਾ ਆ ਤੇ ਸਟੇਸ਼ਨਰੀ ਦਾ ਵਾਧੂ ਨੁਕਸਾਨ ਆ ਤੇ ਉਹਨਾਂ ਲੋਕਾਂ ਦੇ ਜਾਣ ਆਉਣ ਦਾ ਵੀ ਆ। ਤੇ ਚੰਗੀ ਗੱਲ ਸੀ ਜੇ ਪਹਿਲਾਂ ਹੀ ਉਹ ਜਿਹੜੇ ਪਰਚੇ ਨਾ ਦਰਜ ਕਰਕੇ ਉਹਨਾਂ ਤੇ ਜੁਰਮਾਨਾ ਹੀ ਲਾ ਦਿੱਤੇ ਜਾਂਦੇ। ਤੇ ਗੱਲ ਸਵਲੀਨ ਜੀ ਉਹਦੇ ਪਿੱਛੋਂ ਉੱਥੋਂ ਹੀ ਸ਼ੁਰੂ ਹੁੰਦੀ ਆ ਕਿ ਜੇ ਅਸੀਂ ਆਪਣੇ ਲੋਕਾਂ ਨੂੰ ਉਹਨੇ ਅਵੇਅਰ ਕਰ ਲਈਏ, ਸਿੱਖਿਆ ਦੇ ਨਾਲ ਉਹਨਾਂ ਨੂੰ ਉਸ ਲੈਵਲ ਤੱਕ ਲੈ ਆਈਏ ਤੇ ਉਹ ਤੁਹਾਡੀਆਂ ਗੱਲਾਂ ਨੂੰ ਮੰਨ ਲੈਣ ਤੇ ਉਸ ਪਾਸੇ ਵੱਲ ਨੂੰ ਗੱਲ ਜਾਵੇ ਹੀ ਨਾ। ਤੇ ਹੁਣ ਇਹਨੂੰ ਜੇ ਅਸੀਂ ਦੂਜੇ ਪਾਸੇ ਦੇਖੀਏ ਤਾਂ ਕਿਤੇ ਨਾ ਕਿਤੇ ਇਹ ਹਾਸੋਹੀਣੀ ਗੱਲ ਵੀ ਲੱਗਦੀ ਹੈ। ਫਿਰ ਪਹਿਲਾਂ ਤਾਂ ਤੁਸੀਂ 2.5 ਲੱਖ ਕੇਸ ਦਰਜ ਕੀਤਾ, ਫਿਰ ਹੁਣ ਉਹਨਾਂ ਨੂੰ ਤੁਸੀਂ ਵਾਪਸ ਲੈ ਰਹੇ ਆ ਤੇ ਤੁਹਾਡੀ ਜੁਡੀਸ਼ਰੀ ਨੂੰ ਦੁਨੀਆ ਫਿਰ ਕਿਸ ਤਰੀਕੇ ਨਾਲ ਦੇਖੇਗੀ? ਬਾਹਰ ਤੇ ਖਬਰ ਇਹੀ ਆਊਗੀ ਨਾ ਜੀ ਕਿ ਯੂਪੀ ਪੁਲਿਸ ਨੇ ਪਹਿਲਾਂ 2.5 ਲੱਖ ਕੇਸ ਦਰਜ ਕੀਤਾ ਸੀ, ਹੁਣ ਉਹ 2.5 ਲੱਖ ਕੇਸ ਵਾਪਸ ਕਰ ਲਿਆ। ਤੇ ਮੈਂ ਦੂਜੀ ਗੱਲ ਵੀ ਇਹਦੀ ਦੱਸੀ ਆ ਕਿ ਇਹ ਸਾਰੇ ਮੁਲਕ ਦੇ ਵਿੱਚ ਹੁਣ ਇੱਦਾਂ ਵੀ ਹੋਏਗਾ।
ਆਉਣ ਵਾਲੇ ਦਿਨਾਂ 'ਚ ਆਸ ਆ ਕਿ ਬਾਕੀ ਮੁਲਕ ਦੇ ਸੂਬਿਆਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੇਸ ਨੇ, ਉਹਨਾਂ ਦੇ ਉੱਤੇ ਵੀ ਸ਼ਾਇਦ ਇਹੋ ਜਿਹੀ ਕੋਈ ਗੱਲ ਆਵੇ। ਇੱਕ ਮੈਂ ਹੋਰ ਗੱਲ ਥੋੜ੍ਹੀ ਜਿਹੀ ਦੱਸਣੀ ਚਾਹੁੰਦਾ ਉਹਦੇ 'ਚ ਕਿ 2.5 ਲੱਖ ਕੇਸ ਇਹਨਾਂ ਨੇ ਵਾਪਸ ਤਾਂ ਲੈ ਲਏ ਨੇ, ਪਰ ਉਹਦੇ 'ਚ 300-350 ਕੇਸ ਤਬਲੀਗੀਆਂ ਵਾਲਾ ਆ, ਉਹ ਵਾਪਸ ਨਹੀਂ ਲਿਆ। ਉਹਦੇ ਵਿੱਚ ਇਹ ਕਿਹਾ ਗਿਆ ਕਿ ਉਹ ਮਸਲੇ ਸੁਪਰੀਮ ਕੋਰਟ ਦੇ ਨਜ਼ਰ ਹੇਠ ਨੇ, ਇਸ ਕਰਕੇ ਉਹ ਵਾਪਸ ਅਸੀਂ ਨਹੀਂ ਲੈ ਰਹੇ ਜੀ। ਅੰਮ੍ਰਿਤਪਾਲ ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆਏ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।